ਕੀ ਕੈਪਟਨ ਦੀ ਕੁਰਸੀ ਮੰਗ ਲਈ ਜਿਹੜੇ ਆਪਦੇ ਇਹਨਾਂ ਦੇ ਕਈ ਐਮਐਲਏ ਮੰਗਣ ਨੂੰ ਫਿਰਦੇ ਆ। ਅਸੀਂ ਇਹੀ ਕਹਿਣ ਆਏ ਆ ਵੀ ਪੰਜਾਬ ਦੇ ਲੋਕ ਬਿਜਲੀ ਤਾਂ ਮਹਿੰਗੀ ਲੈ ਹੀ ਰਹੇ ਆ, ਘੱਟੋ ਘੱਟ ਜੇ ਮਹਿੰਗੀ ਵੀ ਲੈ ਰਹੇ ਦੇ ਤਾਂ ਦਿਓ। ਪੰਜਾਬ ਦੇ ਲੋਕਾਂ ਨੂੰ ਬਿਜਲੀ ਦਿਓ, ਚਾਹੇ ਕੰਪਨੀਆਂ ਤੋਂ ਲੈ ਕੇ ਦਿਓ, ਚਾਹੇ ਕਾਲੇ ਚੋਰ ਤੋਂ ਲੈ ਕੇ ਦਿਓ, ਸਾਨੂੰ ਨਹੀਂ ਪਤਾ। ਪਰ ਇਹਦਾ ਜਵਾਬ ਪੰਜਾਬ ਦੇ ਲੋਕ ਨੇ ਜਿਹੜੇ 6 ਮਹੀਨਿਆਂ ਬਾਅਦ ਦੇਣਗੇ ਕੈਪਟਨ ਅਮਰਿੰਦਰ ਸਿੰਘ ਨੂੰ। ਤੇ ਇਹ ਗੁੰਡਾਗਰਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ। ਹੁਣ ਜਦੋਂ ਝੋਨੇ ਦੀ ਲਵਾਈ ਦੀ ਟਾਈਮ ਆਇਆ ਤਾਂ 8 ਘੰਟੇ ਬਿਜਲੀ ਕਹਿ ਕੇ 3 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਇਸ ਵਾਰੀ ਤਾਂ ਪਤਾ ਨਹੀਂ ਕੀ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਰੇਸ਼ਾਨ ਤਾਂ ਅਸੀਂ ਪਹਿਲਾਂ ਹੀ 8-9 ਮਹੀਨੇ ਸਾਨੂੰ ਕਿਸਾਨੀ ਸੰਘਰਸ਼ ਹੋ ਗਏ, ਉਦੋਂ ਬਾਅਦ ਹੁਣ ਆਹ ਪਾਣੀ ਦੀ ਮਾਰ ਹੋ ਗਈ। ਪਾਣੀ ਦੇਣ ਦੇ ਵਿੱਚ ਬਿਲਕੁਲ ਨਾਕਾਮ ਰਹੀ ਹੈ ਤੇ ਬਿਲਕੁਲ ਧਰਨੇ ਵੀ ਲਾਉਣ ਤੇ ਸਾਡਾ ਬਿਲਕੁਲ ਹੀ ਦੁਆਰਾ ਨਿਕਲ ਗਿਆ। ਬਿਜਲੀ ਵਾਲਾ ਤਾਂ ਇਸ ਵਾਰ ਤੁਸੀਂ ਦੇਖ ਲਿਆ ਪੂਰੇ ਪੰਜਾਬ ਦੇ ਵਿੱਚ ਬਿਜਲੀ ਸੰਬੰਧ ਹੀ ਨਹੀਂ ਕਰਿਆ ਨੇ। 4 ਸਾਲ 4.5 ਸਾਲ ਹੋ ਗਏ। ਆ 6 ਮਹੀਨੇ ਬਾਅਦ ਹੁਣ ਕਹਿਤਾ ਇਹਨੇ ਕਿ ਲਾਈਟ ਦੇਣਾ, 4 ਘੰਟੇ ਸਾਨੂੰ ਲਾਈਟ ਮਿਲਦੀ ਰਹੀ, ਉਹਦੇ ਵਿੱਚ ਵੀ ਟ੍ਰਿਪ ਮੈਂ 60,000 ਦਾ ਡੀਜ਼ਲ ਫੂਕਤਾ 15 ਕਿੱਲੇ ਤੇ। ਦੱਸੋ ਕਿੱਥੋਂ ਪੈਸੇ ਪੂਰੇ ਕਰੂੰਗਾ ਮੈਂ। ਕੈਪਟਨ ਕਿਤੇ ਨਾ ਕਿਤੇ ਹਾਈ ਕਮਾਂਡ ਨੂੰ ਆਪਦਾ ਮੈਸੇਜ ਦੇਣਾ ਚਾਹੁੰਦਾ ਵਾ ਵੀ ਜੇ ਤੁਸੀਂ ਮੈਨੂੰ ਕੁਰਸੀ ਤੋਂ ਪਰੇ ਕਰਦੇ ਹੋ ਤਾਂ ਮੈਂ ਤੁਹਾਡਾ ਪੰਜਾਬ 'ਚ ਨੁਕਸਾਨ ਕਰ ਸਕਦਾ। ਅਸੀਂ ਆਪਦੇ ਪੈਰਾਂ ਦੇ ਸਟੈਂਡ ਖੁਦ ਹੋਵਾਂਗੇ, ਸਾਨੂੰ ਲੋੜ ਹੀ ਨਹੀਂ ਹੈਗੀ ਮੁਫਤ ਚੀਜ਼ਾਂ ਦੀ। ਅਸੀਂ 50 ਰੁਪਏ ਲੈ ਕੇ ਵੀ ਚੀਜ਼ ਖਾ ਸਕਦੇ ਹਾਂ ਜਿਹੜੀ 2 ਰੁਪਏ ਦੇ ਰਹੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਨੀਰਜ ਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਜਿਹੜੀ ਪੰਜਾਬ ਦੀ ਸਰਕਾਰ ਆ 4.5 ਸਾਲ ਹੋ ਚੁੱਕੇ ਨੇ ਤੇ 6 ਮਹੀਨੇ ਦਾ ਵਕਵਾ ਰਹਿ ਗਿਆ ਤੇ ਬਿਜਲੀ ਸੰਕਟ ਤੁਸੀਂ ਜਾਣਦੇ ਹੋ ਵੀ ਕਿਸਾਨਾਂ ਨੇ ਤਰਾਹ ਕੀਤੀ ਹੋਈ ਆ ਤੇ ਥਾਂ ਤੇ ਲਗਾਤਾਰ ਜਿਹੜੇ ਨੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ। ਸਰਕਾਰ ਤੋਂ ਵੀ ਲੋਕ ਅਕਸਰ ਸਵਾਲ ਪੁੱਛਦੇ ਨੇ ਵੀ ਉਹਨਾਂ ਨੇ 4.5 ਸਾਲ 'ਚ ਕੀ ਕੀਤਾ। ਜੇ ਕਿਸਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਂ ਸ਼ਹਿਰੀ ਲੋਕਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੇ ਉਹਨਾਂ ਦੀ ਪ੍ਰੋਬਲਮ ਨੂੰ ਸਮਝਦੇ ਤਾਂ ਕੁਝ ਟਾਈਮ ਪਹਿਲਾਂ ਹੀ ਜਿਹੜਾ ਬਿਜਲੀ ਦਾ ਜਿਹੜਾ ਸੰਕਟ ਹੈ ਹੁਣ ਆਇਆ ਵਾ ਤਾਂ ਉਹਨਾਂ ਦੀਆਂ ਤਿਆਰੀਆਂ ਕੀਤੀਆਂ ਹੁੰਦੀਆਂ। ਕਿਤੇ ਨਾ ਕਿਤੇ ਅੱਜ ਅਸੀਂ ਗਿੱਲਾ ਪਿੰਡ ਦੇ ਵਿੱਚ ਬੈਠੇ ਹਾਂ, ਕਿਸਾਨ ਵੀਰ ਇੱਥੇ ਇਕੱਠੇ ਹੋਏ ਉਹਨੇ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿੱਦਾਂ ਨੇ ਜਿਹੜੀਆਂ ਮੁਸ਼ਕਲਾਂ ਨੇ ਆ ਰਹੀਆਂ ਨੇ। ਮੇਰੇ ਨਾਲ ਨੇ ਸੁਖਦੀਪ ਸਿੰਘ ਗਿੱਲ ਜੀ, ਗੱਲਬਾਤ ਕਰਦੇ ਹਾਂ। ਗਿੱਲ ਸਾਹਿਬ ਕੀ ਕਹਿਣਾ ਚਾਹੋਗੇ? ਲਗਾਤਾਰ ਧਰਨੇ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਕਿ 8 ਘੰਟੇ ਸਾਨੂੰ ਬਿਜਲੀ ਦਿੱਤੇ, ਪਰ ਸਰਕਾਰ ਇਸ ਟਾਈਮ 8 ਘੰਟੇ ਦੇਣ ਦੇ ਹਾਲਾਤ ਵਿੱਚ ਨਹੀਂ ਹੈ। ਨਹੀਂ, ਤੁਸੀਂ ਕੀ ਕਹਿਣਾ ਚਾਹੋ? ਬਾਈ ਜੀ ਪਹਿਲਾਂ ਤਾਂ ਇਹੀ ਗੱਲ ਆ ਵੀ ਕਿਉਂਕਿ ਸਾਡੇ ਇੱਥੇ ਲੁਧਿਆਣੇ ਦੇ 15-20 ਪਿੰਡ ਸਾਡੇ ਨਾਲ ਲੱਗਦੇ ਨੇ, ਇੱਥੇ ਬਿਜਲੀ ਗ੍ਰਿਡ ਸਾਡੇ ਨੇੜੇ ਹੈ। ਬਿਜਲੀ ਦੀ ਤਾਂ ਇਹੀ ਪਹਿਲਾਂ ਵੀ ਤੁਸੀਂ ਕਵਰੇਜ ਕੀਤਾ ਜਾਂ ਹੋਰ ਆ। ਲੋਕ ਤਾਂ ਬਿਜਲੀ ਦੀ ਤਾਂ ਮੈਂ ਤੁਹਾਨੂੰ ਕੀ ਦੱਸਾਂ ਸਮੱਸਿਆ 8 ਘੰਟੇ ਕਹਿ ਰਹੇ ਨੇ। 8 ਘੰਟੇ ਦੇ ਵਿੱਚ ਕੋਈ ਇਹਨਾਂ ਦਾ PVC ਕੱਟ ਲੱਗ ਗਿਆ, ਕਦੇ ਮਤਲਬ 8 ਘੰਟੇ ਤਾਂ ਪੂਰੀ ਆਈ ਹੋਈ ਨਹੀਂ ਹੈ। ਪਹਿਲਾਂ ਵੀ ਅਸੀਂ 2-3 ਵਾਰੀ ਇਹਨਾਂ ਨੂੰ ਬੇਨਤੀਆਂ ਕੀਤੀਆਂ, ਇਕੱਠੇ ਹੋ ਕੇ ਸਮੇਂ 'ਚੋਂ ਸਮਾਂ ਕੱਢ ਕੇ ਉੱਥੇ ਜਾਂਦੇ ਰਹੇ ਹਾਂ, ਬੈਠਦੇ ਰਹੇ ਹਾਂ। ਪਹਿਲਾਂ ਬਿਲਕੁਲ ਸ਼ਾਂਤਮਈ ਤਰੀਕੇ, ਉਦੋਂ ਬਾਅਦ ਧਰਨੇ ਵੀ ਲਾਏ ਅਸੀਂ, ਮਤਲਬ ਫਿਰ ਵੀ ਇਹਨਾਂ ਦੇ ਕੋਈ ਜੂੰ ਨਹੀਂ ਸਰਕੀ ਹੈ। ਕਿਉਂਕਿ ਹੁਣ ਆਹ ਦੇਖ ਹਾਲਾਤ ਦੇਖ ਲਓ ਤੁਸੀਂ। ਮੈਂ ਤਾਂ ਵੀਰ ਸੰਗੋਵਾਲ ਤੋਂ ਸਾਡੇ ਵੀਰ ਬੈਠੇ ਨੇ, ਘੱਟੋ ਘੱਟ ਅੱਜ ਇਹੀ ਅਸੀਂ ਪਹਿਲਾਂ ਗੱਲਾਂ ਕਰਦੇ ਚਲੋ ਤੁਹਾਡਾ ਫੋਨ ਆਇਆ ਤੇ 60,000 ਰੁਪਏ ਦਾ ਕਹਿੰਦੇ ਮੈਂ 70,000 ਦਾ ਮੈਂ ਤੇਲ ਫੂਕਤਾ। ਮਤਲਬ ਇਹ ਦੇਖੋ ਵੀ ਤੁਸੀਂ ਜਦੋਂ ਇਹਨਾਂ ਦਾ ਆੜਤੀ ਤੋਂ ਹੁਣ ਤਾਂ ਅਸੀਂ ਲੈ ਕੇ ਪੈਸੇ ਫੂਕੀ ਜਾਂਦੇ ਆ। ਮਤਲਬ ਜਿਹੜਾ ਤੇਲ ਆ ਮਹਿੰਗਾ ਤੇਲ ਹੈ ਜਾਂ ਹੁਣ ਆ ਜਿਹੜੀ ਰੇਹਾਂ ਸਪਰੇਨ ਆ ਅੱਜ ਬੈਠੇ ਆਪਾਂ ਜਿਹੜੀ ਯੂਰੀਏ ਦਾ ਗੱਟਾ ਵਾ ਉਹ 1200 ਦਾ, ਕਿੱਥੇ 650 ਤੋਂ 750 ਜਾਂ ਹੋਰ। ਮਤਲਬ ਇਹਨੇ ਦੇਖ ਲਓ ਵੀ ਇਹਦੇ ਚੋਂ ਬਚਣਾ ਕੀ ਹੈ। ਮਤਲਬ ਦੂਜੀ ਬਿਜਲੀ ਦੀ ਮਾਰ ਹੈ ਵੀ ਜੇ ਆਪਾਂ 8 ਘੰਟੇ ਦੇ ਲਈਏ ਅਸੀਂ 63-6400 ਰੁਪਏ ਦਾ 8 ਘੰਟੇ ਲਈ ਤੇਲ ਫੂਕ ਦਿੰਦੇ ਆ ਤੇ ਕੱਢਣ ਪਾਉਣ ਨੂੰ ਕੀ ਹੈ ਗੱਲ। ਬਿਲਕੁਲ ਇਸ ਵਾਰੀ ਤਾਂ ਪਤਾ ਨਹੀਂ ਕੀ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਰੇਸ਼ਾਨ ਤਾਂ ਅਸੀਂ ਪਹਿਲਾਂ ਹੀ 8-9 ਮਹੀਨੇ ਸਾਨੂੰ ਕਿਸਾਨੀ ਸੰਘਰਸ਼ ਹੋ ਗਏ, ਉਦੋਂ ਬਾਅਦ ਹੁਣ ਆਹ ਪਾਣੀ ਦੀ ਮਾਰ ਹੋ ਗਈ। ਚਲੋ ਰਾਤ ਮੀਂਹ ਪਿਆ, ਕੁਛ 1-2 ਕਿੱਲੇ ਲੱਗੇ ਨੇ, ਨਹੀਂ ਆ ਸਾਡੀ ਹਲੇ ਜਿਹੜੇ ਹੈਗਾ ਖੇਤ ਹਲੇ ਉਵੇਂ ਪਏ ਨੇ। ਉਦੋਂ ਬਾਅਦ ਜਿਹੜੀ ਮਾਮਲੇ ਤੇ ਜ਼ਮੀਨਾਂ ਲਈਆਂ ਹੋਈਆਂ ਠੇਕੇ ਤੇ ਉਹਨਾਂ ਦਾ ਬਿਲਕੁਲ ਮਾੜਾ ਹਾਲ ਹੈ ਵੀ ਇਸ ਵਾਰ ਤਾਂ ਮੈਨੂੰ ਲੱਗਦਾ ਕਿਸਾਨਾਂ ਨੇ ਅੱਧੇ ਤਾਂ ਮਾਮਲੇ ਤੋਂ ਬਿਨਾਂ ਹੀ ਛੱਡਤੀਆਂ ਵੀ ਅਸੀਂ ਮਾਮਲੇ ਤੇ ਜ਼ਮੀਨ ਲੈਣੀ ਨਹੀਂ, ਕਿਉਂਕਿ ਪਾਣੀ ਵੀ ਨਹੀਂ ਪੂਰਾ ਹੁੰਦਾ। ਕਰੀਏ ਕੀ? ਮਤਲਬ ਬਿਲਕੁਲ ਇਸ ਸਰਕਾਰ ਇਹਦੇ ਵਿੱਚ ਪਾਣੀ ਦੇਣ ਦੇ ਵਿੱਚ ਬਿਲਕੁਲ ਨਾਕਾਮ ਰਹੀ ਹੈ ਤੇ ਬਿਲਕੁਲ ਧਰਨੇ ਵੀ ਲਾਉਣ ਤੇ ਸਾਡਾ ਬਿਲਕੁਲ ਹੀ ਦੁਆਰਾ ਨਿਕਲ ਗਿਆ। ਬਿਜਲੀ ਵਾਲਾ ਤਾਂ ਇਸ ਵਾਰ ਤੁਸੀਂ ਦੇਖ ਲਿਆ ਪੂਰੇ ਪੰਜਾਬ ਦੇ ਵਿੱਚ ਬਿਜਲੀ ਨਹੀਂ ਹੈ ਜੀ। ਸੋ ਅੰਕਲ ਜੀ ਵੀ ਸਾਡੇ ਨਾਲ ਨੇ। ਅੰਕਲ ਜੀ ਕੀ ਕਹਿਣਾ ਚਾਹੋਗੇ? ਲਗਾਤਾਰ ਤੁਸੀਂ ਧਰਨੇ ਲਾਏ ਨੇ। ਹਾਂਜੀ, ਮਤਲਬ ਕਿ ਕਹਿਣ ਦਾ ਤੁਸੀਂ ਪਿੱਛੇ ਜੇ ਗੱਲ ਵੀ ਕੀਤੀ ਸੀ ਵੀ 4 ਘੰਟੇ ਸਾਨੂੰ ਬਿਜਲੀ ਦਿਨੇ ਦੇ ਦਿਓ, 4 ਘੰਟੇ ਰਾਤ ਨੂੰ ਦੇ ਦਿਓ, ਪਰ ਫਿਰ ਵੀ ਸਰਕਾਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਅੱਜ ਵੀ ਉੱਥੇ ਹੀ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪਰ ਜੇ ਗੱਲ ਕੀਤੀ ਜਾਵੇ ਸ਼ਹਿਰੀ ਇਲਾਕਿਆਂ ਦੀ ਤਾਂ ਸ਼ਹਿਰ ਦੇ ਵਿੱਚ ਹੁਣ ਇਹਨਾਂ ਨੇ ਫੈਕਟਰੀਆਂ ਬੰਦ ਕਰਵਾਤੀਆਂ ਨੇ, AC ਬੰਦ ਕਰਵਾਤੇ ਨੇ, ਮੋਲਸ ਜਿਹੜੇ AC ਬੰਦ ਕਰਾਤੇ ਆ, ਪਰ ਫਿਰ ਵੀ ਬਿਜਲੀ ਨਹੀਂ ਪੂਰੀ ਹੁੰਦੀ। ਫਿਰ ਇਹਦਾ ਹੱਲ ਕੀ ਕੀਤਾ ਜਾ ਸਕਦਾ ਕਿ ਸਰਕਾਰਾਂ ਵੀ ਨਾਕਾਮ ਸਾਬਤ ਹੋ ਰਹੀਆਂ ਨੇ ਇਸ ਟਾਈਮ? ਸਰਕਾਰ ਕੋਲੇ ਬਿਜਲੀ ਹੈ ਹੀ ਨਹੀਂ, ਪ੍ਰਬੰਧ ਹੀ ਨਹੀਂ ਕਰਿਆ ਨੇ। 4 ਸਾਲ 4.5 ਸਾਲ ਹੋ ਗਏ। ਆ 6 ਮਹੀਨੇ ਬਾਅਦ ਹੁਣ ਕਹਿਤਾ ਇਹਨੇ ਕਿ ਲਾਈਟ ਦੇਣਾ, 4 ਘੰਟੇ ਸਾਨੂੰ ਲਾਈਟ ਮਿਲਦੀ ਰਹੀ, ਉਹਦੇ ਵਿੱਚ ਵੀ ਟ੍ਰਿਪ ਕਦੇ 1 ਘੰਟਾ ਦੇ ਕੇ 2 ਘੰਟੇ ਲਾਈਟ ਦੇਣੀ। 8 ਘੰਟੇ ਲਗਾਤਾਰ ਲਾਈਟ ਹੀ ਨਹੀਂ ਆਈ। ਮੈਂ 60,000 ਦਾ ਡੀਜ਼ਲ ਫੂਕਤਾ 15 ਕਿੱਲੇ ਤੇ। ਦੱਸੋ ਕਿੱਥੋਂ ਪੈਸੇ ਪੂਰੇ ਕਰੂੰਗਾ ਮੈਂ। ਉਹਨੇ ਤਾਂ ਲੱਗਦਾ ਕਿਸਾਨੀ ਦੇ ਵਿੱਚ ਬਚਦੇ ਨਹੀਂ ਹੋਣੇ ਝੋਨੇ ਦੇ ਵਿੱਚ ਜੇ ਉਹਨੂੰ ਕੈਲਕੂਲੇਟ ਕੀਤਾ ਜਾਵੇ ਤਾਂ। ਬਚਣਾ ਕੀ ਆ, ਖਰਚੇ ਬਹੁਤ ਜ਼ਿਆਦਾ ਵੱਧ ਗਏ। ਹਰੇਕ ਚੀਜ਼ ਮਹਿੰਗਾਈ। ਤੇਲ ਸਰੋਂ ਦੀ ਬੋਤਲ ਅੱਗੇ 120 ਦੀ ਹੁੰਦੀ ਸੀ, ਉਹ 180 ਰੁਪਏ ਦੀ
ਜੇ ਮੈਂ ਗੱਲ ਕਰਾਂ ਤਾਂ ਪਿੱਛੇ ਜਦੋਂ ਤੁਸੀਂ ਧਰਨਾ ਲਾਇਆ ਸੀਗਾ ਤਾਂ ਉਦੋਂ ਵੀ ਗੱਲ ਕੀਤੀ ਸੀ ਵੀ ਜਿਹੜੇ ਸ਼ਹਿਰੀ ਲੋਕ ਨੇ ਉਹਨਾਂ ਦੀ ਬਿਜਲੀ ਕੱਟ ਕੇ ਸਾਡੇ ਪਿੰਡਾਂ ਨੂੰ ਬਿਜਲੀ ਦਿੱਤੀ ਜਾਵੇ ਤਾਂ ਜੋ ਕਿ ਅਸੀਂ ਜਿਹੜਾ ਝੋਨਾ ਲਗਾ ਸਕੀਏ। ਹੁਣ ਉਹਨਾਂ ਨੇ ਸ਼ਹਿਰ ਤੋਂ ਵੀ ਕੱਟ ਲਈ, ਕੀ ਹਲੇ ਵੀ ਪੂਰੀ ਨਹੀਂ ਹੋ ਰਹੀ ਬਿਜਲੀ? ਨਹੀਂ ਹਜੇ ਵੀ ਨਹੀਂ ਹੋ ਰਹੀ ਪੂਰੀ, ਬਿਜਲੀ ਹੈ ਹੀ ਨਹੀਂ, ਉਹ ਮੁੱਲ ਤਾਂ ਖਰੀਦਦਾ ਹੀ ਨਹੀਂ। ਪ੍ਰਬੰਧ ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਪ੍ਰਬੰਧ ਚਾਹੀਦਾ ਸੀ ਸਰਕਾਰ ਨੂੰ ਕਿ ਬਿਜਲੀ ਕਿਸਾਨਾਂ ਨੂੰ ਦੇਣੀ ਆ, ਉਹਦਾ 8 ਮਹੀਨੇ ਦਾ ਕਿਸਾਨਾਂ ਨੂੰ ਦੌਲਤ ਤੇ ਹੋਇਆ ਨੂੰ ਬੈਠੇ, ਕੀ ਕਰਿਆ ਇਹਨਾਂ ਨੇ? ਹਾਲਾਤ ਉਸੇ ਤਰ੍ਹਾਂ ਹੀ ਖੜੇ ਆ, ਕਹਿਣ ਦਾ ਮਤਲਬ ਅੱਜ ਦੀ। ਹਾਂਜੀ। ਸੋ ਗੱਗੀ ਜੀ ਜੇ ਗੱਲ ਕੀਤੀ ਜਾਵੇ ਸਰਕਾਰ ਦੀ ਤਾਂ ਸਰਕਾਰ ਨੂੰ ਚਾਹੀਦਾ ਸੀਗਾ ਕਿ ਪਹਿਲਾਂ ਇਹ ਤਿਆਰੀਆਂ ਕਰਨੀਆਂ ਚਾਹੀਦੀਆਂ ਸੀ, ਕਿਉਂਕਿ ਦੇਖਿਆ ਜਾਵੇ ਤਾਂ ਹਰ ਸਾਲ ਪਹਿਲਾਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਤਾਂ ਜੋ ਕਿ ਪਤਾ ਹੁੰਦਾ ਵੀ ਇਸ ਟਾਈਮ ਝੋਨਾ ਲੱਗਣਾ ਤੇ ਸਰਕਾਰ ਜਿਹੜੇ ਕਿਸਾਨ ਨੇ ਇਹਨਾਂ ਨੂੰ ਵੀ ਬਿਜਲੀ ਦੀ ਲੋੜ ਪੈਣੀ ਤੇ ਸ਼ਹਿਰ ਦੇ ਵਿੱਚ ਵੀ ਲੋੜ ਪੈਣੀ। ਪਰ ਹੁਣ ਦੇਖਿਆ ਜਾਵੇ ਤਾਂ ਸ਼ਹਿਰ ਦੇ ਵਿੱਚੋਂ ਬਿਜਲੀ ਕੱਟਦੀ ਆ ਪਰ ਕਿਸਾਨਾਂ ਨੂੰ ਫੇਰ ਨਹੀਂ ਪੂਰੀ ਹੋ ਰਹੀ। ਬਈ 2-3 ਕਾਰਨ ਨੇ। ਇੱਕ ਤਾਂ ਥਰਮਲ ਜਿਹੜੇ ਬੰਦ ਕੀਤੇ ਸਰਕਾਰ ਨੇ, ਉਹ ਵੱਡਾ ਕਾਰਨ। ਦੂਜੀ ਗੱਲ ਹੈ ਜਿਹੜਾ ਮਾਨਸੂਨ ਆ ਦਿਨਾਂ ਦੇ ਵਿੱਚ ਅੱਗੇ ਆ ਜਾਂਦੀ ਹੁੰਦੀ ਹੈ ਵੀ ਉਹਦੇ ਕਰਕੇ ਵੀ ਥੋੜਾ ਜਿਹਾ ਹੈਗਾ ਵੀ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਆਪਾਂ ਆਮ ਦੇਖਦੇ ਹਾਂ ਵੀ ਘਰਾਂ ਦੇ ਵਿੱਚ ਏਸੀ ਉਸੀ ਆਪਾਂ ਬੰਦ ਕਰਨਾ ਜਿਵੇਂ ਪੱਖੇ ਚੱਲਣ ਲੱਗ ਜਾਂਦੇ ਇਕੱਲੇ, ਜ਼ਿਮੀਂਦਾਰ ਨੂੰ ਵੀ ਉਨੀ ਲੋੜ ਨਹੀਂ ਪੈਂਦੀ ਹੈਗੀ। ਤੀਜਾ ਕਿਤੇ ਨਾ ਕਿਤੇ ਵੀ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਲੜਾਈ ਚੱਲਦੀ ਆ ਉੱਪਰ ਲੀਡਰਾਂ ਦੀ, ਸਿੱਧੂ, ਨਵਜੋਤ ਸਿੱਧੂ ਤੇ ਕੈਪਟਨ ਦੀ, ਕੈਪਟਨ ਕਿਤੇ ਨਾ ਕਿਤੇ ਹਾਈ ਕਮਾਂਡ ਨੂੰ ਆਪਦਾ ਮੈਸੇਜ ਦੇਣਾ ਚਾਹੁੰਦਾ ਵਾ ਵੀ ਜੇ ਤੁਸੀਂ ਮੈਨੂੰ ਕੁਰਸੀ ਤੋਂ ਪਰੇ ਕਰਦੇ ਹੋ ਤਾਂ ਮੈਂ ਤੁਹਾਡਾ ਪੰਜਾਬ 'ਚ ਨੁਕਸਾਨ ਕਰ ਸਕਦਾ ਵਾਂ। ਇਹ ਵੀ ਵੱਡਾ ਕਾਰਨ ਆ ਕਿਉਂਕਿ ਸਿਆਸਤ ਇਹਦੇ ਤੇ ਚੱਲ ਰਹੀ ਹੈ। ਹਰੇਕ ਪਾਰਟੀ ਆਪਦੇ ਧਰਨੇ ਵੀ ਲਾ ਰਹੇ ਆ, ਝਾੜੂ ਵਾਲੇ ਹੋਣ ਚਾਹੇ ਅਕਾਲੀ ਦਲ ਵਾਲੇ ਹੋਣ ਚਾਹੇ ਕੋਈ ਹੋਰ ਦੂਜੇ ਤੀਜੇ ਹੋਣ। ਕਾਂਗਰਸ ਲਾ ਰਹੀ ਆ ਜਿਹੜੇ ਆਪਣੇ ਹੈਗੇ ਆ ਬੀਜੇਪੀ ਦੇ ਉਲਟ, ਕੇਂਦਰ ਸਰਕਾਰ ਦੇ ਉਲਟ ਧਰਨੇ ਜਿਹੜੇ ਪੈਟਰੋਲ ਡੀਜ਼ਲਾਂ ਦੇ ਰੇਟ ਨੂੰ। ਉਹਦੇ ਵਿੱਚ ਮਰ ਕੌਣ ਰਿਹਾ ਵਾ? ਮਰ ਤਾਂ ਸਿਰਫ ਜ਼ਿਮੀਂਦਾਰ ਰਿਹਾ ਵਾ, ਕਿਸਾਨ ਰਿਹਾ ਵਾ। ਇੱਕ ਪਾਸੇ ਲਾਈਟ ਨਹੀਂ ਪੂਰੀ ਆ ਰਹੀ, ਇੱਕ ਪਾਸੇ ਡੀਜ਼ਲ ਪੈਟਰੋਲ ਦੇ ਜਿਹੜੇ ਰੇਟ ਨੇ, ਡੀਜ਼ਲ 100 ਉਹ ਰੇਟ ਵਧਿਆ ਕਰਕੇ ਤੇ ਉਨੀ ਆਮਦਨ ਹੈ ਨਹੀਂ ਗੀ ਜ਼ਿਮੀਂਦਾਰ ਨੂੰ ਬਈ, ਤੇ ਮਰ ਰਿਹਾ ਆਮ ਬੰਦਾ। ਇਹਨਾਂ ਨੇ ਤਾਂ 5 ਸਾਲ ਲਈ ਆਪਦਾ ਮਤਲਬ ਆ ਹੁਣ 6 ਮਹੀਨੇ ਵੋਟਾਂ 'ਚ ਰਹਿ ਗਏ, ਜਿਹੜੇ ਸਿਆਸੀ ਆਗੂ ਨੇ ਜਾਂ ਸਿਆਸਤਦਾਨ ਨੇ ਉਹ ਪੰਜਾਬ ਦੇ ਲੋਕਾਂ ਨੂੰ ਆਪਦਾ ਸ਼ਿਕਾਰ ਸਮਝਦੇ ਆ ਤੇ ਉਹ ਵੋਟੀ ਸਿੱਟ ਕੇ 5 ਸਾਲ ਬਾਅਦ ਵੋਟੀ ਸਿੱਟਦੇ ਆ। ਹਰੇਕ ਪਾਰਟੀ ਵਾਲੇ ਆਪਦੀ ਵੋਟੀ ਸਿੱਟ ਕੇ ਉਦੋਂ ਬਾਅਦ ਜਿਹਦੀ ਵੋਟੀ ਵਧੀਆ ਹੁੰਦੀ ਆ ਪੰਜਾਬ ਵਾਲੇ ਉਹਦੀ ਵੋਟੀ ਚੱਕ ਕੇ ਖਾ ਲੈਂਦੇ ਆ ਤੇ ਉਹ ਫਿਰ ਉਦੋਂ ਬਾਅਦ 5 ਸਾਲ ਸਰਕਾਰ ਬਣਾ ਕੇ ਉਹ ਪੰਜਾਬ ਦੇ ਲੋਕਾਂ ਦਾ ਥੋੜਾ ਕਰਕੇ ਸ਼ਿਕਾਰ ਕਰਦੇ ਆ। ਤੇ ਸਾਨੂੰ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਕਦੇ ਕਾਬਲ ਕੰਧਾਰ ਤੱਕ ਜਿਹੜੇ ਰਾਜ ਕਰਦੇ ਹੁੰਦੇ ਸੀ, ਉਹ ਸਾਡੇ ਲੋਕਾਂ ਦੀ ਵੀ ਗਲਤੀ ਆ। ਉਹ ਲੋਕ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਆਟੇ ਤੇ ਦਾਲਾਂ ਤੇ ਮੁਫਤ ਬਿਜਲੀ ਦੇ ਉਹ ਤੇ ਨਿਰਭਰ ਕਰਨ ਲੱਗ ਗਏ। ਪੰਜਾਬ ਦੇ ਲੋਕ ਇਹ ਆਵਾਜ਼ ਨਹੀਂ ਚੱਕਦੇ ਵੀ ਸਾਨੂੰ ਆਪਦੇ ਪੈਰਾਂ ਤੇ ਨੂੰ ਜਿਹੜੇ ਸਟੈਂਡ ਰੋਜ਼ਗਾਰ ਮੰਗਣਾ ਚਾਹੀਦਾ ਮੇਨ ਤਾਂ। ਜੇ ਬਿਲਕੁਲ ਨੌਜਵਾਨ ਨੂੰ ਰੁਜ਼ਗਾਰ ਦੇਣਾ ਚਾਹੀਦਾ, ਅਸੀਂ ਆਪਦੇ ਪੈਰਾਂ ਦੇ ਸਟੈਂਡ ਖੁਦ ਹੋਵਾਂਗੇ, ਸਾਨੂੰ ਲੋੜ ਹੀ ਨਹੀਂ ਹੈਗੀ ਮੁਫਤ ਚੀਜ਼ਾਂ ਦੀ। ਅਸੀਂ 50 ਰੁਪਏ ਲੈ ਕੇ ਵੀ ਚੀਜ਼ ਖਾ ਸਕਦੇ ਹਾਂ ਜਿਹੜੀ 2 ਰੁਪਏ ਦੇ ਰਹੇ ਆ। ਬਸ ਸਾਡੀ ਜਿਹੜੀ ਮਾਨਸਿਕਤਾ ਵਾ ਇਹਨਾਂ ਸਰਕਾਰਾਂ ਨੇ ਸਾਡੀ ਮਾਨਸਿਕਤਾ ਦੇ ਸਮਝੀ ਹੋਈ, ਇਹਨਾਂ ਨੇ ਕਾਬੂ ਪਾ ਕੇ ਸਾਨੂੰ ਉੱਥੇ ਤੱਕ ਹੀ ਰੱਖਿਆ ਹੋਇਆ। ਫਿਰ ਵੋਟਾਂ ਆ ਜਾਂਦੀਆਂ ਨੇ, ਅਸੀਂ 500-700 ਦੀ ਸ਼ਰਾਬ ਦੀ ਬੋਤਲ ਲੈ ਕੇ, ਸਾਨੂੰ ਨਹੀਂ ਪਤਾ ਹੁੰਦਾ ਵੀ ਇਹ ਸਾਡਾ ਭਵਿੱਖ ਜਿਹੜਾ ਇਹ ਲੀਡਰ ਆ। ਫਿਰ ਗੱਗੀ ਤੁਹਾਡੀ ਗੱਲ ਵਿੱਚ ਆ, ਫਿਰ ਇਸ ਤੋਂ ਅਨੁਮਾਨ ਇਹ ਲਗਾਇਆ ਜਾ ਸਕਦਾ ਕਿ ਪੰਜਾਬ ਦੇ ਵਿੱਚ ਹਲੇ ਵੀ ਅਨਪੜ੍ਹਤਾ ਫਿਰ ਹੈਗੀ? ਬਈ ਅਨਪੜ੍ਹਤਾ ਤਾਂ ਚਲੋ ਹਰੇਕ ਕਿਤੇ ਹੀ ਹੈਗੀ ਆ, ਇਹ ਨਹੀਂ ਆਪਾਂ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਅਨਪੜ੍ਹਤਾ ਹੈ। ਰਾਜਨੀਤੀ ਨੂੰ ਜਿਹੜਾ ਦੇਖਿਆ ਜਾਵੇ ਤਾਂ ਅੱਜ ਦੇ ਡੇਟ 'ਚ ਨੌਜਵਾਨ ਵੀ ਰਾਜਨੀਤੀ ਨੂੰ ਸਮਝ ਨਹੀਂ ਪਾ ਰਿਹਾ। ਜੇ ਹੁਣ ਗੱਲ ਕੀਤੀ ਜਾਵੇ ਤੁਹਾਡੇ ਕਿਸਾਨਾਂ ਦੀ ਤਾਂ ਤੁਸੀਂ ਦੇਖੋ ਵੀ ਪੈਟਰੋਲ ਇੰਨਾ ਮਹਿੰਗਾ, ਡੀਜ਼ਲ ਇੰਨਾ ਮਹਿੰਗਾ। ਜੇ ਹੁਣ ਇੰਨਾ ਮਹਿੰਗੀ ਅਸੀਂ ਚੀਜ਼ ਲੈ ਕੇ ਸਾਨੂੰ ਜੇ ਕੁਝ ਪ੍ਰੋਫਿਟ ਨਹੀਂ ਹੁੰਦਾ ਤਾਂ ਫਿਰ ਇਹ ਲਾਉਣ ਦਾ ਵੀ ਕੋਈ ਫਾਇਦਾ ਨਹੀਂ। ਬਈ ਦੇਖੋ ਇਹਦਾ ਹੁਣ ਐ ਆ ਵੀ ਪੱਕੀ ਫਸਲ ਆ ਇਹ। ਅਸੀਂ ਤਾਂ 1 ਮਹੀਨੇ 'ਚ 1 ਵਾਰ ਚੌਲ ਖਾਣੇ ਹੁੰਦੇ ਪੰਜਾਬੀ ਆਦਮੀ ਨੇ ਤਾਂ, ਠੀਕ ਹੈ ਨਾ। ਸਾਨੂੰ ਇਹ ਜੇ ਆਪਾਂ ਇਹਦੀ ਰਿਸਰਚ ਕਰੀਏ 1 ਕਿਲੋ ਝੋਨਾ ਤਿਆਰ ਹੋਣ ਲਈ 5000 ਲੀਟਰ ਦੀ ਬਰਬਾਦੀ ਹੁੰਦੀ ਹੈ ਪਾਣੀ ਦੀ। 5000 ਲੀਟਰ ਪਾਣੀ 1 ਕਿਲੋ ਝੋਨਾ ਤਿਆਰ ਹੋਣ ਮਤਲਬ ਇੱਕ ਜੇ ਸ਼ਹਿਰ 'ਚ ਦੇਖਿਆ ਜਾਵੇ ਤਾਂ ਇੱਕ ਜਿਹੜਾ ਕਹਿ ਸਕਦੇ ਆਪਾਂ ਛੋਟਾ ਪਰਿਵਾਰ ਆ ਉਹਦੇ ਪੂਰੀ ਦਿਹਾੜੀ ਦਾ ਕੰਮ ਚੱਲ ਸਕਦਾ। 5000 ਲੀਟਰ ਬਹੁਤ ਪਾਣੀ ਆ, 2 ਦਿਹਾੜੀਆਂ ਵੀ ਨਿਕਲ ਸਕਦਾ। ਤੇ ਬਾਈ ਤੁਸੀਂ ਦੇਖੋ ਵੀ ਜੇ ਸਾਨੂੰ ਇਹਦੇ ਬੱਟੇ ਕੋਈ ਹੋਰ ਪੱਕੀ ਫਸਲ ਦੇ ਦੇਵੇ ਜਿਹਦੇ ਵਿੱਚ ਪਾਣੀ ਦੀ ਵੀ ਮਤਲਬ ਬਰਬਾਦੀ ਘੱਟ ਹੋਵੇ। ਪੰਜਾਬ ਦਾ ਪਾਣੀ ਦੇਖ ਲਓ, ਦਿਨੋਂ ਦਿਨ 10 ਸਾਲਾਂ ਨੂੰ ਪਾਣੀ ਰਹਿਣਾ ਨਹੀਂ ਹੈਗਾ ਪੰਜਾਬ ਦੇ ਵਿੱਚ। ਤੇ ਜਿਹੜੇ ਸਿਆਸਤਦਾਨ ਨੇ ਉਹ ਆਪਦੀ ਸਿਆਸਤ ਕਰ ਰਹੇ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ। ਆਪਣੇ ਲੋਕਾਂ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਆ ਵੀ ਜਿਹੜੀ ਸਿਆਸਤ ਆ ਉਹ ਗੰਦੀ ਆ, ਵੀ ਸਿਆਸਤ 'ਚ ਨਹੀਂ ਯਾਰ ਪੈਣਾ ਹੈਗਾ। ਜਿਵੇਂ ਆਪਣੇ ਹੁਣ ਨੌਜਵਾਨ ਵੀ ਨੇ ਇਹ ਪਾਸਾ ਵੱਟਦੇ ਆ ਰਾਜਨੀਤੀ ਤੋਂ। ਬਈ ਅਸੀਂ ਇਹ ਅਪੀਲ ਕਰਦੇ ਹਾਂ, ਅਸੀਂ ਦੱਸਦੇ ਹਾਂ ਵੀ ਜਿਹੜੀ ਰਾਜਨੀਤੀ ਆ ਉਹ ਨਹੀਂ ਮਾੜੀ ਹੈਗੀ, ਜਿਹੜੇ ਰਾਜਨੇਤਾ ਨੇ ਜਾਂ ਸਿਆਸਤਦਾਨ ਨੇ ਉਹ ਮਾੜੇ ਆ। ਜੇ ਸਿਸਟਮ ਨਾਲ ਮਤਲਬ ਆਪਾਂ ਚਾਹੁੰਦੇ ਆ ਵੀ ਸਿਸਟਮ ਬਦਲਿਆ ਜਾਵੇ, ਆਪਾਂ ਨੂੰ ਸਿਸਟਮ ਨਾਲ ਭਿੜਨਾ ਵੀ ਪੈਣਾ ਵਾ। ਹੁਣ ਆਪਾਂ ਗੱਲ ਕਰ ਦਿੰਦੇ ਹਾਂ, ਹਰੇਕ ਲੀਡਰ ਵੀ ਬਹੁਤ ਵੱਡੀਆਂ ਭਗਤ ਸਿੰਘ ਸਰਾਭੇ ਉਹਨਾਂ ਦੀਆਂ ਦੂਰ ਉਦਾਹਰਨਾਂ ਦਿੰਦੇ ਆ, ਗਦਰੀ ਬਾਬਿਆਂ ਦੀਆਂ ਉਦਾਹਰਨਾਂ ਦਿੰਦੇ ਆ। ਆਪਾਂ ਅੱਜ ਕਹਿ ਦਿੰਦੇ ਆ ਬਾਹਰ ਚਲੇ ਜਾਂਦੇ, ਆਪਣੇ ਨੌਜਵਾਨ ਬਾਹਰ ਭੱਜੀ ਜਾਂਦੇ ਆ। ਜੇ ਉਹਨਾਂ ਨੂੰ ਪੁੱਛਦੇ ਆ ਵੀ ਕਾਹਤੇ, ਯਾਰ ਕਹਿੰਦੇ ਸਿਸਟਮ ਮਾੜਾ ਵਾ। ਜੇ ਹੁਣ ਉਹੀ ਗੱਲ ਰਾਜਗੁਰੂ ਸਰਾਭੇ ਉਹਨਾਂ ਨੇ, ਭਗਤ ਸਿੰਘ ਉਹਨਾਂ ਨੇ ਸੋਚੀ ਹੁੰਦੀ ਵੀ ਅਸੀਂ ਯਾਰ ਸਿਸਟਮ ਮਾੜਾ, ਅਸੀਂ ਤਾਂ ਬਾਹਰ ਜਾਂਦੇ ਆ, ਕਿਤੇ ਬਾਹਰ ਨਿਕਲ ਜਾਂਦੇ ਉਹ। ਅੱਜ ਤਾਂ ਫਿਰ ਅੱਜ ਦੇਸ਼ ਆਜ਼ਾਦ ਹੋਣਾ ਸੀ, ਨਾ ਭਗਤ ਸਿੰਘ ਉਹਨਾਂ ਦਾ ਨਾਮ ਹੋਣਾ ਸੀ। ਇਹਦਾ ਇੱਕ ਪੀੜ੍ਹੀ ਨੂੰ ਬਈ ਭਿੜਨਾ ਪੈਣਾ ਸਿਸਟਮ ਨਾਲ।
ਤਾਂ ਹਿਸਟਰੀ ਵੀ ਕ੍ਰੀਏਟ ਹੋਊਗੀ ਤੇ ਗਾਹਾਂ ਵਾਲੀ ਜਿਹੜੀ ਸਾਡੀ ਨਸਲ ਆ ਤੇ ਨਸਲ ਤੇ ਫਸਲ ਜਿਹੜੀ ਪੰਜਾਬ ਦੀ ਆ ਉਹ ਬਚਾਅ ਹੋਊਗੀ, ਉਹਦਾ ਬਚਾਅ ਹੋਊਗਾ। ਜੇ ਅਸੀਂ ਨਾ ਹੁਣ ਵੀ ਜਾਗੇ ਨਾ ਉੱਠੇ ਤਾਂ ਸਾਡਾ ਸਾਰਾ ਕੁਝ ਹੀ ਖਤਮ ਹੋ ਜਾਣਾ। ਸੋ ਇੱਥੇ ਵੀਰ ਜੀ ਹੋਰ ਵੀ ਨੇ, ਗੱਲਬਾਤ ਕਰਦੇ ਆ। ਵੀਰ ਜੀ ਪਿੱਛੇ ਮੈਂ ਦੇਖ ਰਿਹਾ ਵਾਂ ਵੀ ਖੇਤ ਹਜੇ ਸੁੱਕਾ ਪਿਆ ਵਾ, ਕੀ ਲੱਗਦਾ ਕਿ ਇਹ ਸਰਕਾਰਾਂ ਦੀ ਮਾਰਾਂ ਨੇ ਜਾਂ ਜਿਹੜੇ ਬਿਜਲੀ ਨਹੀਂ ਆਉਂਦੀ ਤਾਂ ਕਰਕੇ ਸੁੱਕਾ, ਕਿ ਮੌਨਸੂਨ ਦੀ ਵੇਟ ਕਰਦੇ ਪਏ? ਨਹੀਂ, ਸਰਕਾਰਾਂ ਦੀਆਂ ਮਾਰਾਂ ਨੇ ਜੀ। ਜੇ ਹੁਣ ਅਸੀਂ ਝੋਨੇ 'ਚ ਪਾਣੀ ਲਾਉਂਦੇ ਆ ਤਾਂ ਸਾਡਾ ਇਹ ਰਹਿ ਜਾਂਦਾ, ਜੇ ਇਹ 'ਚ ਕਰਦੇ ਆ ਤਾਂ ਝੋਨਾ ਸਾਡਾ ਮੱਚ ਜਾਂਦਾ। ਆਹ ਚੀਜ਼ਾਂ ਸਰਕਾਰਾਂ ਦੀ ਸਭ ਤੋਂ ਵੱਡੀ ਗਲਤੀ ਆ ਵੀ ਸਾਨੂੰ ਜਿਹੜੀ ਲਾਈਟ ਨਹੀਂ ਮਿਲ ਰਹੀ। ਤੇ ਫਿਰ ਜਿਹੜਾ ਤੁਸੀਂ ਡੀਜ਼ਲ ਲੈ ਕੇ ਕਰਦੇ ਹੋ ਤਾਂ ਫਿਰ ਉਹਦੇ ਨਾਲ ਤਾਂ ਤੁਹਾਡਾ ਲੋਸ ਬਹੁਤ ਹੋ ਜਾਂਦਾ ਹੁਣ। ਲੋਸ ਤਾਂ ਹੁੰਦਾ ਹੀ ਆ ਜੀ, ਹੁਣ ਸਾਡੀ ਮਜਬੂਰੀ ਆ। ਇਹ ਤੇ ਇੱਕ ਸਰਕਾਰੀ ਇਹ ਤੇ ਹੀ ਆ ਪੱਕੀ ਰੇਟ, ਬਾਕੀ ਹੋਰ ਕਿਸੇ ਫਸਲ ਤੇ ਪੱਕਾ ਰੇਟ ਨਹੀਂ ਹੈਗਾ। ਤੇ ਹੁਣ ਮੱਕੀ ਲਾਈ ਸੀ, ਇਹਨਾਂ ਨੇ ਸਰਕਾਰੀ ਰੇਟ 1700 ਰੁਪਏ ਕੱਢਿਆ ਸੀ, ਉਸ ਤੋਂ ਬਾਅਦ ਚ ਕੀ ਮੱਕੀ 600 ਨੂੰ 700 ਨੂੰ ਵਿਕੀ ਆ। ਫਿਰ ਕਿੱਥੇ ਉਹਦਾ ਵੀ ਨਹੀਂ, ਜਾਂ ਸਾਨੂੰ ਇਹ ਤਾਂ ਮਜਬੂਰੀ ਆ, ਜਾਂ ਤਾਂ ਸਾਨੂੰ ਇਹਦੇ ਬਟਨ ਕੋਈ ਹੋਰ ਫਸਲ ਦੀ ਸਾਡੀ ਪੱਕੀ ਖਰੀਦ ਕੀਤੀ ਜਾਵੇ, ਹਾਂ ਉਹ ਤੇ ਦਿੱਤੀ ਜਾਵੇ ਤਾਂ ਸਾਡਾ ਇਹ ਚੋਂ ਨਿਕਲ ਸਕੀਏ। ਤਾਂ ਨਾਲੇ ਇਹਦੇ ਨਾਲ ਸਾਡੇ ਪਾਣੀ ਦੀ ਵੀ ਬਚਾਅ ਆ ਸਾਡਾ, ਤੇ ਹਰ ਇੱਕ ਪਾਸੇ ਸਾਡਾ ਬਚਾਅ ਆ। ਹਾਂਜੀ। ਸੋ ਸੁਖਦੀਪ ਸਿੰਘ ਗਿੱਲ ਜੀ, ਜੇ ਆਪਾਂ ਗੱਲ ਕਰੀਏ ਵੀ ਹੁਣ ਕਹਿਣ ਦਾ ਮਤਲਬ ਕਿ ਲਗਾਤਾਰ ਜੇ ਹੁਣ MSP ਇਸ ਫਸਲ ਤੇ ਮਿਲਦੀ ਆ, ਫਿਰ ਸਰਕਾਰਾਂ ਦੀਆਂ ਫਿਰ ਸ਼ੁਰੂ ਤੋਂ ਲੱਗਦਾ ਹੁਣ ਤੱਕ ਚੱਲ ਰਹੀ ਨੇ ਪੰਜਾਬ ਦੇ ਨਾਲ ਕਿ ਪੰਜਾਬ ਨੂੰ ਬਰਬਾਦ ਕੀਤਾ ਜਾਵੇ, ਪੰਜਾਬ ਦਾ ਪਾਣੀ ਬਰਬਾਦ ਕੀਤਾ ਜਾਵੇ, ਚਿੱਟੇ ਤੇ ਲਾ ਕੇ ਨੌਜਵਾਨ ਜਿਹੜੇ ਉਹ ਮਾਰੇ ਜਾ ਰਹੇ ਆ। ਫਿਰ ਇਹ ਸਰਕਾਰਾਂ ਤੋਂ ਲੈਣਾ ਕੀ ਹੈ? ਲੋਕੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਿਉਂ ਨਹੀਂ ਵਧੀਆ ਸਰਕਾਰ ਚੁਣਦੇ? ਬਿਲਕੁਲ ਬਾਈ, ਜਿਵੇਂ ਮੈਂ ਤੁਹਾਨੂੰ ਅੱਗੇ ਪਹਿਲਾਂ ਦੱਸਿਆ, ਇਹ ਕਹਿੰਦਾ ਇੱਕ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲਾ ਦੂਜੀ ਤੇ ਆ। ਠੀਕ ਹੈ ਜੀ, ਇਹ ਤਾਂ ਸਰਕਾਰ ਇੱਕ ਆ ਗਈ ਦੂਜੀ ਚਲੇਗੀ ਦੂਜੀ, ਮਤਲਬ ਇਹ ਗੱਲ ਹੈ ਵੀ ਜੇ ਮੈਂ ਅੱਗੇ ਵੀ ਕਈ ਵਾਰ ਦੱਸਿਆ ਵੀ ਇਹ ਇੱਕ ਦਿਨ ਦਾ ਪਲਾਨ ਨਹੀਂ ਹੈ। ਇਹ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਟਾਈਮ ਟੂ ਟਾਈਮ 60-70 ਸਾਲ ਸਾਨੂੰ ਹੋ ਗਏ। ਮਤਲਬ ਇਹ ਸਾਨੂੰ ਸ਼ੁਰੂ ਤੋਂ ਹੀ ਇਹ ਜਿਹੜੇ ਹਾਲਾਤ ਬਣੇ ਨੇ, ਅੱਜ ਦੇ ਹਾਲਾਤ ਜਿਹੜੇ ਲੋਕ ਨੇ, ਚਾਹੇ ਸਾਡੀ ਨੌਜਵਾਨੀ ਆ, ਚਾਹੇ ਸਾਡਾ ਗਰੀਬ ਵਰਗ, ਮਤਲਬ ਇਹ ਤੁਸੀਂ ਇਹ ਦੇਖੋ ਵੀ ਇਹ ਜਿਹੜਾ ਸਾਰਾ ਐਨਾਲਿਸਿਸ ਪੰਜਾਬ ਦਾ ਆਪਾਂ ਰੋਜ਼ ਫੇਸਬੁੱਕ ਸੋਸ਼ਲ ਮੀਡੀਆ, ਮਤਲਬ ਕਿੰਨਾ ਕੁਛ ਚੱਲਦਾ, ਮਤਲਬ ਕਿੰਨੇ ਮੁੱਦੇ, ਮੈਂ ਕਹਿੰਦਾ ਬੇਰੁਜ਼ਗਾਰੀ ਦੇਖੋ ਤੁਸੀਂ, ਕਿੱਥੇ ਬੇਅਦਬੀ ਘਟਨਾਵਾਂ ਦੇਖੋ, ਮਤਲਬ ਕਿੱਥੇ ਕਿੱਥੇ ਕੀ ਨਹੀਂ ਹੋ ਰਿਹਾ। ਮਤਲਬ ਇਹ ਹਾਲਾਤ ਜਿਹੜੇ ਇੰਨੇ ਪੈਦਾ ਹੋ ਗਏ ਪੰਜਾਬ ਨੂੰ ਕਿ ਬਹੁਤ ਖੁਸ਼ਹਾਲ ਬਣਿਆ ਗਿਆ ਸੀ। ਗ੍ਰੀਨ ਜਿਹੜੀ ਹੁਣ ਫਸਲਾਂ ਦੀ ਗੱਲ, ਗ੍ਰੀਨ ਰੈਵੋਲੂਸ਼ਨ ਦੇ ਨਾਂ ਤੇ ਸਾਨੂੰ ਇੱਕ ਮਤਲਬ ਇੱਕ ਪਲਾਨ ਦਿੱਤਾ ਸੀ ਵੀ ਇਹਦੇ ਵਿੱਚ ਤੁਸੀਂ ਉਤਪਾਦਨ ਕਰੋ। ਬਿਲਕੁਲ ਅਸੀਂ ਉਤਪਾਦਨ ਕਰਤਾ, ਪਰ ਜਿਹੜੀ ਅਸੀਂ ਆਪਣਾ ਹਵਾ ਪਾਣੀ ਤੇ ਅਸੀਂ ਸਾਰਾ ਅਸੀਂ ਆਪਣਾ ਬਰਬਾਦ ਕਰ ਲਿਆ। ਮਤਲਬ ਇਸੇ ਚੱਕਰ ਦੇ ਜੇ ਸਾਨੂੰ ਸਰਕਾਰਾਂ ਕੋਈ ਉਹਦੇ 'ਚ ਸਾਨੂੰ MSP ਮਿਲੇ, ਸਾਨੂੰ ਹੁਣ ਮੱਕੀ ਸੀਗੀ ਪਿੱਛੇ ਜਾਂ ਸਰੋਂ ਆ ਗੱਲ, ਮੈਂ ਉਹੀ ਕਹਿੰਦਾ ਵੀ ਪਹਿਲਾਂ ਸਰੋਂ ਦੇ ਜਿਹੜੇ ਰੇਟ ਨੇ ਹੁਣ ਲੋਕਾਂ ਨੇ ਗਦਾਮਾਂ ਦੇ ਵਿੱਚ ਇੰਨੀ ਉਹਦੇ ਵਿੱਚ ਮਤਲਬ ਆਪਣਾ ਭੰਡਾਰਨ ਕਰ ਲਿਆ। ਉਹੀ ਆ ਗੱਲ ਵੀ ਹੁਣ ਸਾਨੂੰ ਜਿਹੜਾ 200 ਰੁਪਏ ਕਿਲੋ ਮਿਲਦਾ, ਜਿਹੜੇ ਵਪਾਰੀ ਵਰਗ ਆ ਜਾਂ ਹੋਰ ਆ, ਇਹੀ ਤਾਂ ਲੜਾਈ ਹੈ ਵੀ ਜਿਹੜਾ ਇਹ ਸਾਨੂੰ ਕਾਰਪੋਰੇਟ ਘਰਾਣੇ ਨੇ ਇਹ ਉਹ ਸਾਨੂੰ, ਕਿਉਂਕਿ ਅਸੀਂ ਹਲੇ ਸਮਝ ਹੀ ਨਹੀਂ ਹੈ ਵੀ ਸਾਨੂੰ ਖੇਤੀ ਦਾ ਮਾਡਲ ਹੀ ਨਹੀਂ ਸਮਝ ਆਇਆ ਵੀ ਅਸੀਂ ਕਰਨਾ ਕੀ ਆ। ਜਿਹੜੀਆਂ ਇੰਨੀ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਆ, ਜਾਂ ਅਸੀਂ ਹੁਣ ਜਿਹੜੇ ਹਾਲਾਤ ਸਾਨੂੰ ਆ ਬਣੇ ਨੇ, ਇੰਨੀਆਂ ਦਵਾਈਆਂ ਮਹਿੰਗੀਆਂ ਨੇ, ਯੂਰੀਏ ਦਾ ਰੇਟ ਲਾ ਲਓ ਜਾਂ ਹੋਰ ਇਹ ਲਾ ਲਓ, ਬਿਲਕੁਲ ਇਹਦੇ ਨਾਲ ਖਰਾਬ ਕਰ ਰਹੇ ਆ। ਜਿਵੇਂ ਵੀਰ ਨੇ ਦੱਸਿਆ ਵੀ 1 ਕਿਲੋ ਚੌਲ ਨੂੰ 5000 ਲੀਟਰ ਪਾਣੀ ਲੱਗਦਾ, ਬਿਲਕੁਲ ਸੱਚਾਈ ਹੈ, ਪਰ ਸਾਡੇ ਕੋਲ ਹੱਲ ਵੀ ਨਹੀਂ ਹੈ ਕੋਈ। ਜਿਹਨੇ ਹੁਣ ਮੰਨ ਲਓ 60-70 ਹਜ਼ਾਰ ਰੁਪਏ ਠੇਕੇ ਤੇ ਲਈ ਹੈ, ਉਹ ਕਰੇ ਕੀ? ਕੱਲੀ ਕਣਕ ਨਾਲ ਤਾਂ ਗੁਜ਼ਾਰਾ ਨਹੀਂ ਹੈ ਗੱਲ। ਹੁਣ ਸਾਨੂੰ ਕਰਨਾ ਕੀ? ਇਦੋਂ ਹੁਣ ਫਾਹੇ ਲੱਗ ਰਹੇ ਨੇ ਡੇਲੀ, ਦੇਖੋ ਤੁਸੀਂ ਐਵਰੇਜ ਆ ਜਿਹੜੀ ਕਿਸਾਨ ਫਾਹਾ ਲਾ ਰਿਹਾ, ਕਰਜ਼ੇ ਸਾਡੇ ਉਵੇਂ ਹੀ ਖੜੇ ਨੇ, ਕਰਜ਼ਿਆਂ ਦੇ ਵਿੱਚ ਨਹੀਂ ਹੈ, ਲਿਮਟਾਂ ਸਾਡੀਆਂ ਬਣੀਆਂ ਹੋਈਆਂ ਨੇ, ਜਾਈਏ ਕਿੱਧਰ ਨੂੰ? ਮਤਲਬ ਸਾਨੂੰ ਤਾਂ ਬਿਲਕੁਲ ਜਿਵੇਂ ਕਹਿੰਦੀ ਹਰੇਕ ਪਾਸੇ ਨੂੰ ਐ ਪਸੀਚ ਕੇ ਰੱਖਦਾ। ਦੂਜੀ ਗੱਲ ਨੌਜਵਾਨੀ ਹੁਣ ਕਰੇਗੀ ਜਿਹਦੇ ਕੋਲ ਕੀਲਾ ਹੈ, ਉਹ ਜੱਟਾਂ ਦੇ ਮੁੰਡੇ, ਜਿਵੇਂ ਕਹਿੰਦੀ ਗੱਲ ਮੈਂ ਅੱਗੇ ਗੱਲ ਕਰਦਾ ਸੀ ਵੀ ਅਸੀਂ ਨਾ ਕਈ ਵਾਰ ਫਰੀ ਇੱਧਰ ਜਾਂਦੇ ਹੁੰਦੇ ਬਾਰਡਰ ਏਰੀਆ ਆਪਣਾ ਗੁਰਦਾਸਪੁਰ ਤਰਨਤਾਰਨ ਜਾਂ ਹੋਰ ਜਿਹੜੇ ਏਰੀਏ ਨੇ, ਉੱਥੇ ਸਾਡੇ ਕੀ ਹੈ ਵੀ ਜਿਹੜੇ ਜੱਟਾਂ ਦੇ ਮੁੰਡੇ ਨੇ ਉਹ ਸੀਰੀ ਰਲੇ ਹੋਏ ਨੇ, ਕੀਲਾ 2-2 ਕਿੱਲੇ ਸਾਡੇ ਕੋਲ ਪੈਲੀ ਹੈ, ਉਹ 'ਚ ਕਰੀਏ ਕੀ, ਕੱਢੀਏ ਕੀ ਤੇ ਕਮਾਊ ਕੀ? ਠੀਕ ਹੈ ਨਾ, ਵੀ ਬਿਲਕੁਲ ਸਾਨੂੰ ਇਹੀ ਸਮਝਣਾ ਪਊਗਾ। ਮਜਬੂਰੀਆਂ ਬਣ ਚੁੱਕੀਆਂ ਨੇ ਬਿਲਕੁਲ ਬਾਈ ਜੀ, ਮਜਬੂਰੀਆਂ। ਹੁਣ ਮਤਲਬ ਹਾਲਾਤ ਇਹੋ ਜਿਹੇ ਨੇ। ਹੁਣ ਆਪਾਂ ਸ਼ਹਿਰ ਲੁਧਿਆਣੇ ਦੇ ਵਿੱਚ ਬੈਠੇ, ਹਾਲਾਤ ਦੇਖੋ ਤੁਸੀਂ, ਗਰਾਊਂਡ ਦੇ ਵਿੱਚ ਜਦੋਂ ਵਿਚਰਦੇ ਆ, ਹੁਣ ਲੋਕ ਤੁਸੀਂ ਵੀ ਜਾ ਕੇ ਉੱਥੇ ਵੀਰਾਂ ਨੂੰ ਮਿਲਦੇ ਹੋ, ਮਤਲਬ ਅੱਜ ਦੀ ਜਿਹੜੀ ਰੀਐਲਿਟੀ ਹੈ ਉਹ ਦੇਖੋ ਅਸੀਂ ਕਿੱਥੇ ਖੜੇ ਆ। ਮਤਲਬ ਲੋਕ ਮਰ ਰਹੇ ਨੇ, ਕੋਈ ਰੁਜ਼ਗਾਰ ਨਹੀਂ ਹੈ ਕਿਸੇ ਨੂੰ, ਮਤਲਬ ਕੋਈ ਕਿਸੇ ਤਰ੍ਹਾਂ ਬਿਜਲੀ ਦਾ ਲਾ ਲਓ ਤੁਸੀਂ, ਬਿਜਲੀ ਦੇ ਬਿੱਲ ਲਾ ਲਓ ਜਾਂ ਸਾਡਾ ਰਾਸ਼ਨ ਲਾ ਲਓ ਜਾਂ ਹੋਰ ਬਹੁਤ ਖਰਚੇ ਲਾ ਲਓ, ਮਤਲਬ ਕਿੱਥੇ ਤੱਕ ਮਹਿੰਗਾਈ ਪੁੱਜ ਗਈ। ਤੇ ਜਿਹੜੇ ਸਾਡੇ ਇਨਕਮ ਸੋਰਸ ਨੇ 5-5 7-7 ਹਜ਼ਾਰ 10-10 ਹਜ਼ਾਰ ਤੇ ਨੌਕਰੀਆਂ ਲੋਕ ਕਰ ਰਹੇ ਨੇ, ਪਰ ਉਹ ਇਹੀ ਕਾਰਨ ਹੈ ਬੇਰੁਜ਼ਗਾਰੀ ਆ। ਮੁੰਡੇ ਬਾਹਰ ਭੱਜ ਗਏ, ਅਸੀਂ ਕਰੋੜਾਂ ਖਰਬਾਂ ਰੁਪਈਆ ਸਾਡਾ ਬਾਹਰ ਚਲਿਆ ਗਿਆ, ਉਹ ਇਹੀ ਕਾਰਨ ਨੇ ਵੀ ਸਾਡੇ ਅਸੀਂ ਇੱਧਰੋਂ ਪੈਸੇ ਕਮਾਏ ਜਾ ਕੇ ਬਾਹਰ ਇਨਵੈਸਟ ਕਰ ਲਏ। ਬਾਹਰਲੇ ਕੰਟਰੀਆਂ ਪਲਾਨ ਨੇ, ਉਹਨਾਂ ਦੇ 100 ਸਾਲ ਦੇ ਅੱਗੇ ਪਲਾਨ ਨੇ ਵੀ ਅਸੀਂ ਕੀ ਕਰਨਾ ਵਾ। ਸਾਡੇ ਤਾਂ ਅਸੀਂ ਅੱਜ ਦੇ ਹਾਲਾਤ ਨਹੀਂ ਸਾਂਭ ਸਕਦੇ। ਅਸੀਂ ਪਿੱਛੇ ਲੋਕਡਾਊਨ ਹੋਇਆ ਜਾਂ ਹੋਰ ਹੋਇਆ, ਮਤਲਬ ਆ ਹਸਪਤਾਲਾਂ ਦੀ ਲੁੱਟ ਲਾ ਲਓ ਤੁਸੀਂ, ਮਤਲਬ ਇੱਕ ਦਿਨ ਦਾ ਮਰੀਜ਼ਾਂ ਦੇ ਸੀ ਵੀ 60-60 70-70 ਹਜ਼ਾਰ ਰੁਪਈਆ ਇੱਕ ਦਿਨ ਦਾ ਉਹਨਾਂ ਦਾ ਬਿੱਲ ਬਣਦਾ ਰਿਹਾ। ਕਿੰਨੀ ਸਾਡੇ ਤਰਾਸਦੀ ਆ ਗਈ, ਮਤਲਬ ਹਸਪਤਾਲਾਂ ਦੀ ਲੁੱਟ ਲਾ ਲਓ ਜਾਂ ਹੋਰ ਲਾ ਲਓ, ਮਤਲਬ ਅਸੀਂ ਕਿਹੜੇ ਹਾਲਾਤ ਦੇ ਵਿੱਚ ਰਹਿ ਰਹੇ ਹਾਂ। ਮਤਲਬ ਬਿਲਕੁਲ ਸਾਡਾ ਜਿਵੇਂ ਕਹਿੰਦੀ ਗੱਲ ਮਾਨਤਾ, ਜਿਵੇਂ ਕਹਿੰਦੀ ਗੱਲ ਬਿਲਕੁਲ ਉਦਾਸ ਹੈ, ਤੇ ਇਹ ਸਾਨੂੰ ਥੋੜਾ ਸਮਝਣਾ ਪਊਗਾ। ਨੌਜਵਾਨ ਸੁਖਦੀਪ ਜੀ ਤੁਹਾਡੀ ਗੱਲ ਵਿੱਚ ਹੈ, ਜੇ ਫਿਰ ਸਰਕਾਰਾਂ ਦੀ ਆਪਾਂ ਗੱਲ ਕਰੀਏ
ਤਾਂ ਫਿਰ ਪੰਜਾਬ ਦਾ ਦੁੱਖ ਮਨਾਉਣ ਵਾਲਾ ਤਾਂ ਕੋਈ ਵੀ ਨਹੀਂ। ਕਿਉਂਕਿ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਮੰਨ ਲਓ MSP ਨਹੀਂ ਮਿਲਦੀ ਪਈ ਜਾਂ ਪਾਣੀ ਦੀ ਬਰਬਾਦੀ ਹੋ ਰਹੀ ਆ, ਜਵਾਨੀ ਬਰਬਾਦ ਹੋ ਰਹੀ ਆ, ਮਹਿੰਗਾਈ ਦਿਨੋਂ ਦਿਨ ਵੱਧਦੀ ਪਈ ਆ, ਧਰਨੇ ਪ੍ਰਦਰਸ਼ਨ ਹੋ ਰਿਹਾ, ਫਿਰ ਪੰਜਾਬ ਦੇ ਨਾਲ ਖੜਨ ਵਾਲਾ ਕੌਣ ਆ? ਇਹ ਜਿਹੜੇ ਰਾਜਨੀਤਿਕ ਲੋਕ ਕਹਿੰਦੇ ਅਸੀਂ ਪੰਜਾਬ ਦੇ ਹਮਦਰਦ ਆ, ਫਿਰ ਉਹ ਹਮਦਰਦ ਕਰਦੇ ਹੋਏ ਤਾਂ ਪੰਜਾਬ ਨੂੰ ਲੁੱਟਣ ਲੱਗੇ ਹੋਏ ਨੇ। ਮੈਂ ਬਾਈ ਜੀ ਉਹੀ ਗੱਲ ਪਹਿਲਾਂ ਤੁਹਾਨੂੰ ਮੈਂ ਦੱਸਾਂ ਗੱਲ, ਇੱਕ ਨਾ ਪਿੱਛੇ ਜੇ ਰੋਜ਼ਾਨਾ ਸਪੋਕਸਮੈਨ ਔਨ ਰਿਕਾਰਡ ਹੈ, ਉਹਦੀ ਨਾ ਇੱਕ ਬੀਬੀ ਆ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਉਹਨਾਂ ਦੀ MLA ਆ ਉਹ ਮੌਜੂਦਾ, ਉਹਦਾ ਨਾ ਬਿਆਨ ਆਇਆ, ਉਹਦੇ ਤੇ ਗੱਲਬਾਤ ਚੱਲ ਰਹੀ ਸੀ ਵੀ ਅਸੀਂ ਜਿਹੜੀ ਵੀ ਤੁਸੀਂ, ਉਹ ਪੱਤਰਕਾਰ ਨੇ ਵੀਰ ਨੇ ਸਵਾਲ ਪੁੱਛਿਆ ਵੀ ਤੁਸੀਂ ਜਿਹੜੀ 5 ਸਾਲ ਤੁਹਾਨੂੰ MLA ਲੋਕਾਂ ਨੇ ਬਣਾ ਕੇ ਭੇਜਿਆ ਵਿਧਾਨ ਸਭਾ ਦੇ ਵਿੱਚ ਵੀ ਤੁਸੀਂ ਕੀਤਾ ਕੀ ਆ? ਕਹਿੰਦੇ ਜੀ ਅਸੀਂ ਲੋਕਾਂ ਦੇ ਭੋਗਾਂ ਤੇ ਬਿਆਨ ਤੇ ਗਏ ਆ। ਮੰਨ ਲਓ ਮੈਂ ਬੜੀ ਉਹਨਾਂ ਦਾ ਬਿਆਨ ਸੁਣ ਕੇ ਬੜੀ ਮੈਨੂੰ ਸ਼ਰਮ ਆਈ। ਮੈਂ ਕਿਹਾ ਯਾਰ ਵੀ ਤੁਹਾਨੂੰ ਇਸ ਲਈ ਬਣਾਇਆ, ਤੁਸੀਂ ਆਪਦੇ ਹਲਕੇ ਦੇ ਲੋਕਾਂ ਨਾਲ ਖੜੋ, ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਚਾਹੇ ਕਿਸਾਨੀ ਦੀ ਸਮੱਸਿਆ, ਬੇਰੁਜ਼ਗਾਰੀ ਸਮੱਸਿਆ, ਨੌਜਵਾਨੀ, ਜੇ ਬਾਈ ਜੀ MLA ਵੀ ਆਪਣੇ ਆਪਣੇ ਹਲਕੇ ਸਾਂਭ ਲੈਣ, ਉਹਨਾਂ ਦੀਆਂ ਸਮੱਸਿਆਵਾਂ ਸਮਝਣ ਲੱਗ ਜਾਣ ਵੀ ਸਾਡੇ ਮੇਰੇ ਹਲਕੇ ਦੀਆਂ ਜਾਂ ਹੋਰ ਕੀ ਸਮੱਸਿਆਵਾਂ ਨੇ, ਤਾਂ ਇਹ ਹਾਲਾਤ ਨਾ ਬਣਨ। ਤੇ ਉਹੀ ਮਤਲਬ ਕਹਾਂਗੇ, ਕਿਉਂਕਿ ਪਹਿਲਾਂ ਅੱਗੇ ਹੁੰਦੀ ਸੀ ਭੇਡ ਚੱਲ ਠੀਕ ਆ, ਇੱਧਰੋਂ ਹਵਾ ਝੁੱਲ ਗਈ ਜਾਂ ਠੀਕ ਆ ਜੀ ਇਹਨੂੰ ਪਾ ਦਿਓ ਉਹ ਪਾ ਦਿਓ। ਹੁਣ ਸਾਨੂੰ ਸਮਝਣ ਦੀ ਲੋੜ ਹੈ, ਕਿਉਂਕਿ ਹੁਣ ਤਾਂ ਅਸੀਂ ਭੁੱਖੇ ਮਰ ਰਹੇ ਹਾਂ, ਡੁੱਬ ਰਹੇ ਹਾਂ, ਹਰੇਕ ਪਾਸੇ ਤਾਂ ਸਾਨੂੰ ਮਾਰਾ ਹੀ ਨੇ। ਮਤਲਬ ਦੇਖੋ ਅੱਜ ਦੇ ਹਾਲਾਤ ਦੇ ਵਿੱਚ ਇਹ ਦੇਖੋ ਤੁਸੀਂ ਵੀ ਜਿਹੜਾ ਸਰੋਂ ਦੇ ਤੇਲ ਦੀ ਲਾ ਲਓ ਤੁਸੀਂ 200 ਰੁਪਏ ਨੂੰ ਪਹੁੰਚ ਗਿਆ, ਡੀਜ਼ਲ ਪੈਟਰੋਲ 100, ਕਰੀਏ ਕੀ? ਮਤਲਬ ਹਾਲਾਤ ਇਹ ਕਿ ਵੀ ਕਰੀਏ ਕੀ, ਕਿੱਧਰ ਨੂੰ ਜਾਈਏ? ਜਿੱਦਾਂ ਹੁਣ ਗੱਗੀ ਗਿੱਲ ਜੀ ਨੇ ਦੱਸਿਆ ਵਾ ਵੀ ਜਿਹੜੇ ਨੌਜਵਾਨ ਆ ਉਹਨਾਂ ਨੂੰ ਫਿਰ ਰਾਜਨੀਤੀ ਚ ਆਉਣਾ ਚਾਹੀਦਾ, ਉਹ ਰਾਜਨੀਤੀ ਤੋਂ ਭੱਜਦੇ ਕਿਉਂ ਨੇ ਫਿਰ ਦੂਰ ਦੂਰ? ਇਹੀ ਤਾਂ ਹੋਆ ਵੀ ਇਹਨੂੰ ਜਿਵੇਂ ਕਹਿੰਦੇ ਹੁੰਦੇ ਵੀ ਰਾਜਨੀਤੀ, ਜਦੋਂ ਨਾ ਅੱਗੇ ਹੁੰਦਾ ਸੀ ਰਾਜਨੀਤੀ, ਹੁਣ ਨਾ ਇੱਕ ਗਾਲ ਲੱਗਣ ਲੱਗੀ ਰਾਜਨੀਤਿਕ ਲੋਕ। ਮਤਲਬ ਜਦੋਂ ਕਹਿੰਦਾ ਵੀ ਇਹ ਰਾਜਨੀਤੀ, ਲੋਕ ਬੜੀ ਘਰਨਾ ਕਰਨ ਲੱਗੇ ਲੋਕਾਂ ਨਾਲ, ਮਤਲਬ ਉਹਨੂੰ ਮਾੜੀ ਨਿਗਾਹ ਨਾਲ ਦੇਖਣ ਲੱਗੇ ਵੀ ਯਾਰ ਇਹ ਰਾਜਨੇਤਾ ਜਾਂ ਹੋਰ ਆ। ਮਤਲਬ ਅੱਗੇ ਉਹਨਾਂ ਦਾ ਬੜਾ ਸਤਿਕਾਰ ਸੀ ਜਾਂ ਹੋਰ ਸੀ, ਹੁਣ ਲੋਕ ਘਿਰਨਾ ਕਰਦੇ ਨੇ ਕਿਉਂਕਿ ਹਾਲਾਤ ਹੀ ਆ ਗਏ। ਮੇਰੇ ਘਰੇ ਮੈਂ ਰੋਟੀ ਦਾ ਖਾ ਨਹੀਂ ਸਕਦਾ, ਮੇਰੇ ਘਰੇ ਮੈਨੂੰ ਪਤਾ ਹੁਣ ਬੱਚਿਆਂ ਦੀਆਂ ਫੀਸਾਂ ਭਰਨੀਆਂ ਨੇ ਜਾਂ ਹੋਰ ਜਿਹੜੇ ਗਰਾਊਂਡ ਵਿਚਾਰੇ ਮੱਧ ਫੈਮਿਲੀ ਆ, ਉਹਨੇ ਆਪਦੇ ਖਰਚੇ ਨਹੀਂ ਪੂਰੇ, ਉਹ ਕਿੱਧਰ ਨੂੰ ਜਾਊਗਾ? ਉਹਨੇ ਰਾਜਨੇਤਾ ਨੂੰ ਕੀ ਲੈਣਾ? ਵੋਟਾਂ ਪਾ ਕੇ ਕੀ ਲੈਣਾ? ਕਰਨ ਕੀ? ਉਹਨਾਂ ਦੀ ਤਾਂ ਆਪਦੇ ਘਰ ਦਾ ਚੁੱਲ੍ਹਾ ਨਹੀਂ ਬਲਦਾ ਹੈ। ਮਤਲਬ ਰਾਜਨੀਤੀ ਇਹੀ ਗੱਲ, ਸਾਡੀ ਕੋਲ ਸਰਕਾਰਾਂ ਬਣਾਉਣੇ, ਅਸੀਂ ਟੈਕਸ ਭਰਦੇ ਹਾਂ, ਉਹ ਕਾਹਦੇ ਲਈ ਭਰਦੇ ਆ? ਵੀ ਸਾਡੀ ਜਿਹੜੀ ਸਿਹਤ ਸਹੂਲਤਾਂ ਨੇ, ਸਾਡੇ ਰੁਜ਼ਗਾਰ ਨੇ, ਉਹ ਸਿਹਤ ਸਾਨੂੰ ਇਹ ਗਵਰਨਮੈਂਟ ਨੂੰ ਅਸੀਂ ਟੈਕਸ ਦਿੰਦੇ ਆ ਉਹਨਾਂ ਨੂੰ ਚੁੱਕਣ ਵਾਸਤੇ। ਯਾਰ ਸਾਡੇ ਕੋਲ ਐਗਜ਼ਾਮਪਲਾਂ ਨੇ, ਬਾਹਰਲੇ ਦੇਸ਼ ਤੁਸੀਂ ਕਿੱਡੇ ਨੇ। ਹੁਣ ਲੋਕਡਾਊਨ ਹੋਇਆ, ਉਹਨਾਂ ਨੇ 2-2000 ਰੁਪਈਆ ਜਿਹੜੇ ਡਾਲਰ ਨੇ ਉਹ ਬਾਹਰਲੇ ਬੱਚਿਆਂ ਨੂੰ ਦਿੱਤੇ ਨੇ, ਸਾਡੇ ਬੱਚੇ ਜਿਹੜੇ ਪੜ੍ਹਨ ਗਏ ਸੀ ਉਹਨਾਂ ਨੂੰ ਦਿੱਤੇ ਨੇ। ਮਤਲਬ ਉਹ ਉਹਨਾਂ ਦੇ ਪਲਾਨ ਨੇ, ਮੈਂ ਪਹਿਲਾਂ ਵੀ ਗੱਲ ਕੀਤੀ ਵੀ ਉਹਨਾਂ ਦੇ ਪਲਾਨ ਨੇ, ਪਰ ਸਾਡਾ ਕੋਈ ਪਲਾਨ ਨਹੀਂ ਹੈ ਵੀ ਅਸੀਂ ਕਰਨਾ ਕੀ ਹੈ। ਮਤਲਬ ਜਦੋਂ ਤੋਂ ਅਸੀਂ ਜਿਵੇਂ ਕਹਿੰਦੇ ਬਿਲਕੁਲ ਡੁੱਬ ਜਾਂਦੇ ਆ, ਹੁਣ ਆਹ ਲੋਕਡਾਊਨ ਰਿਹਾ ਜਾਂ ਪਿੱਛੇ 2 ਸਾਲ ਤੋਂ ਆਹ ਮਹਾਮਾਰੀ ਆ ਗਈ ਜਾਂ ਹੋਰ, ਇਹਦੇ ਵਿੱਚ ਬਹੁਤ ਕੁਝ ਨਵਾਂ ਹੋਇਆ, ਨਵਾਂ ਮਤਲਬ ਦੇਖਣ ਨੂੰ ਮਿਲਿਆ ਵੀ ਸਾਡੇ ਅਸੀਂ ਕਿੱਥੇ ਆ? ਬਿਲਕੁਲ ਖੜੇ ਨਹੀਂ ਆ। ਨਾ ਸਾਡੇ ਕੋਲ ਸਿਹਤ ਸਹੂਲਤਾਂ ਨੇ, ਆਕਸੀਜਨ ਦੀ ਕਮੀ ਹੈ, ਬਿਲਕੁਲ ਮਤਲਬ ਆਮ ਵਰਗ ਜਾਂ ਹੋਰ ਲੋਕ ਹੀ ਮਰ ਹੀ ਰਹੇ ਨੇ ਬਾਈ। ਮਤਲਬ ਇੰਨੇ ਕੁ ਮਤਲਬ ਲੋਕ ਪਰੇਸ਼ਾਨ ਨੇ, ਬਾਂਹ ਫੜਨ ਵਾਲਾ ਕੋਈ ਨਹੀਂ ਹੈ, ਸਾਰ ਲੈਣ ਵਾਲਾ ਕੋਈ ਨਹੀਂ ਹੈ। ਸਾਨੂੰ ਦੱਸੀਏ ਕਿਹਨੂੰ ਦੁਖੜਾ ਦੱਸੀਏ, ਕੌਣ ਪੁੱਛੇ? ਮਤਲਬ ਜੇ ਕਹਿੰਦੇ ਅਸੀਂ ਕਿੱਡੇ ਦੁਖੜਾ ਦੱਸ ਹੀ ਰਹੇ ਨੇ, ਉੱਥੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਕਿਸਾਨ। ਮੈਂ ਤੁਹਾਨੂੰ ਦੱਸਿਆ ਵੀ 8 ਮਹੀਨੇ ਹੋ ਗਏ, ਅਰਬਾਂ ਖਰਬਾਂ ਰੁਪਈਆ, ਉਹ ਕਿੰਨਾ ਦਾ ਪੈਸਾ ਲੱਗਿਆ? ਸਾਡਾ ਪੈਸਾ ਲੱਗਿਆ ਯਾਰ। ਉੱਥੇ ਬੈਠੇ ਆ ਜਾਂ ਹੋਰ ਵੀ ਤੇਲ ਪਾਉਂਦਾ ਬੰਦਾ ਉੱਥੇ ਜਾਂਦਾ, ਉਹ ਖਰਚੇ ਕਿਹਦੇ ਹੋ ਰਹੇ ਨੇ? ਆਪਦੇ ਪੱਲਿਓ ਬੰਦਾ ਖਰਚੇ ਕਰਕੇ ਜਾਂਦਾ, ਹੋਰ ਬੈਠੇ ਨੇ। ਹੁਣ ਮੰਨ ਲਓ ਦੂਜੀ ਗੱਲ, ਇਹਦੀਆਂ ਸ਼ਹਾਦਤਾਂ ਹੋ ਗਈਆਂ, ਮੰਨ ਲਓ 500 ਤੋਂ ਮੌਤਾਂ ਇਸ ਅੰਦੋਲਨ ਨੇ ਲਈਆਂ ਨੇ। ਯਾਰ ਸਰਕਾਰਾਂ ਬਣਾਉਂਦੀਆਂ ਨੇ ਕਾਨੂੰਨ ਲੋਕਾਂ ਵਾਸਤੇ, ਉਹ ਯਾਰ ਲੋਕਾਂ ਦੀਆਂ ਨੇ ਗੱਲ, ਸਰਕਾਰਾਂ ਦਾ ਤਾਂ ਇਹਦੇ 'ਚ ਕੋਈ ਉਹ ਨਹੀਂ ਹੈ। ਲੋਕਾਂ ਦੇ ਕੋਲ ਲੋਕ ਕਹਿ ਰਹੇ ਨੇ ਤਾਂ ਤੁਸੀਂ ਬਹਿ ਕੇ ਉੱਤੇ ਕੋਈ ਨਾ ਕੋਈ ਕਿਸੇ ਵਿਚਾਰ ਕਰ ਲਓ, ਉਹਨਾਂ ਨੂੰ ਭਰੋਸੇ 'ਚ ਲੈ ਲਓ। ਬਿਲਕੁਲ ਇਹ ਨਹੀਂ ਗੱਲ ਵੀ ਉੱਤੇ ਕਹਿੰਦੇ ਜੀ ਇਹ ਵਾਪਸ ਯਾਰ ਹੁਣ ਕਰੀਏ ਕੀ? ਸਾਨੂੰ ਯਕੀਨ ਹੀ ਨਹੀਂ ਹੈ। ਮੰਨ ਲਓ ਅੱਜ ਕਹਿੰਦੇ ਵੀ ਉਹ 'ਚ ਅਮੈਂਡਮੈਂਟ ਦਾ ਕੱਲ੍ਹ ਨੂੰ ਨਾ ਕੋਈ ਹੱਲ ਲੱਭੇ, ਵਾਪਸੀ ਉਹ ਕਹਾਂਗੇ ਇਸਦਾ ਵਾਪਸ ਲਓ। ਮਤਲਬ ਅੱਜ ਦੇ ਹਾਲਾਤ ਉਹੀ ਨੇ ਬਈ। ਜੇ ਅਸੀਂ ਨੌਜਵਾਨਾਂ ਨੂੰ ਵੀ ਕਹਾਂਗੇ ਵੀ ਜੇ ਤੁਹਾਨੂੰ ਸਮਝਣ ਦੀ ਲੋੜ ਹੈ, ਨੌਜਵਾਨ ਹੁਣ ਬੜਾ ਸੁਚੇਤ ਹੋਇਆ, ਕਿਉਂਕਿ ਜਿਹੜਾ ਅੰਦੋਲਨ ਨੇ ਬੜਾ ਕੁਝ ਸਿਖਾਇਆ, ਮਹਾਮਾਰੀ ਨੇ ਬੜਾ ਕੁਝ ਸਿਖਾਇਆ। ਮਤਲਬ ਜਿਹੜੀਆਂ ਮੇਨ ਬੇਸਿਕ ਲੋੜਾਂ ਸੀ ਉਹਨਾਂ ਤੋਂ ਅੱਜ ਜਾਗਰਤੀ ਆਈ ਆ। ਸਿਆਸੀ ਪਾਰਟੀਆਂ ਦੇ ਮਤਲਬ ਏਜੰਡੇ ਖੁੱਲੇ ਨੇ ਵੀ ਸਿਆਸੀ ਪਾਰਟੀਆਂ ਕਿੱਥੇ ਖੜੀਆਂ ਨੇ, ਇਹ ਸਾਨੂੰ ਕੀ ਦੇ ਸਕਦੀਆਂ ਨੇ, ਸਾਤੋਂ ਕੀ ਲੈ ਰਹੀਆਂ ਨੇ। ਮਤਲਬ ਇਹ ਸਾਰਾ ਐਨਾਲਿਸਿਸ ਨੌਜਵਾਨੀ ਨੂੰ ਕਰਨਾ ਪਊਗਾ। ਮਤਲਬ ਇਹ ਸਾਨੂੰ ਸੋਚਣਾ ਸਮਝਣਾ ਪਊਗਾ ਵੀ ਜੇ ਅਸੀਂ ਆਉਣ ਵਾਲੇ ਸਮੇਂ 'ਚ ਬਚਣਾ ਨਹੀਂ। ਡੁੱਬੇ ਪਏ ਆ, ਖੁਦਕੁਸ਼ੀਆਂ ਹੋ ਰਹੀਆਂ ਨੇ ਕਿਧਰੇ। ਹਾਲਾਤ ਦੇਖੋ ਪੰਜਾਬ ਦੇ ਕੀ ਨੇ, ਜਦੋਂ ਮੋਬਾਈਲ ਖੋਲ੍ਹ ਲੈਂਦੇ ਮੈਂ ਕਹਿੰਦਾ ਇੱਕ ਦੇਖ ਕੇ ਹੈਰਾਨੀ ਹੁੰਦੀ ਹੈ ਯਾਰ ਵੀ ਅਸੀਂ ਕਿਹੇ ਜਿਹੇ ਦੇਸ਼ ਦੇ ਵਿੱਚ ਕਿਹੇ ਜਿਹੇ ਕੀ ਕਰ ਰਹੇ ਹਾਂ, ਕਿੱਧਰ ਨੂੰ ਸਮਾਜ ਜਾ ਰਿਹਾ, ਕਿੱਧਰ ਨੂੰ ਸਮਾਜ ਰਿਹਾ, ਬਿਲਕੁਲ ਡੁੱਬ ਰਿਹਾ। ਮਤਲਬ ਹਾਲਾਤ ਬਦ ਤੋਂ ਬੱਤਰ ਹੋ ਗਏ ਬਾਈ ਜੀ। ਵੀ ਕੀ ਮਤਲਬ ਇੱਕ ਕਹਿਣ ਵਾਲੀ ਗੱਲ ਤਾਂ ਰਹੀ ਨਹੀਂ ਗਈ ਯਾਰ। ਮਤਲਬ ਤੁਸੀਂ ਕਿਉਂਕਿ ਅਸੀਂ ਇੱਕ ਛੋਟੀ ਜਿਹੀ ਫਾਊਂਡੇਸ਼ਨ ਚਲੋ ਨਾ, ਹੁਣ ਲੋਕਾਂ ਨੂੰ ਮਿਲਦੇ ਹਾਂ ਬਾਈ। ਮਤਲਬ ਉੱਥੇ ਨਾ ਜਦੋਂ ਕਿਸੇ ਦੇ ਦੁੱਖ ਸੁਣਦੇ ਆ ਜਾਂ ਯਾਰ ਮਤਲਬ ਅਸੀਂ ਕਰ ਕੀ ਰਹੇ ਹਾਂ ਯਾਰ? ਸਾਡੇ ਲੋਕ ਮਰ ਰਹੇ ਨੇ, ਇਹ ਵਿਚਾਰੇ ਰੁਜ਼ਗਾਰਾਂ ਤੋਂ ਇਹਨਾਂ ਨੂੰ ਵਾਂਝੇ ਹੋਣਾ ਪੈ ਰਿਹਾ, ਦਿਹਾੜੀ ਤੇ ਨਹੀਂ ਕੋਈ ਲੈ ਰਿਹਾ ਜਾਂ ਕੀ ਸਮਝ ਤੋਂ ਬਾਹਰ ਨੇ ਬਾਈ ਗੱਲਾਂ। ਮਤਲਬ ਇਹ ਥੋੜਾ ਜਿਹਾ ਹੀ ਕਹਿੰਦੇ ਵੀ ਨੌਜਵਾਨ ਸਾਡੀ ਸੁਚੇਤ ਹੋਵੇ, ਇਹਨੂੰ ਜਾਗੇ ਤੇ ਇਹ ਆਪਣਾ ਕੁਛ ਨਾ ਕੁਛ ਦੇਖੇ ਵੀ ਅਸੀਂ ਕਿਹੜੇ ਪਾਸੇ ਨੂੰ ਜਾਣਾ। ਇਹੀ ਬੇਨਤੀ ਆ ਵੀਰੇ। ਗੱਗੀ ਜੀ ਜੇ ਗੱਲ ਕਰੀਏ, ਹੁਣ ਆਮ ਆਦਮੀ ਪਾਰਟੀ ਨੇ
ਐਲਾਨ ਕੀਤਾ ਵਾ, ਗਾਰੰਟੀ ਦਿੱਤੀ ਆ ਕਿ ਅਸੀਂ 300 ਯੂਨਿਟ ਬਿਜਲੀ ਫ੍ਰੀ ਦੇਵਾਂਗੇ। ਪਹਿਲਾਂ 200 ਯੂਨਿਟ ਕੈਪਟਨ ਸਰਕਾਰ ਦੇ ਰਹੀ ਆ ਲਗਾਤਾਰ, ਪਰ ਉਹ ਐਸਸੀ ਤੇ ਬੀਸੀ ਵਰਗ ਨੂੰ ਦੇ ਰਹੀ ਆ, ਆਮ ਨਹੀਂ ਦੇ ਰਹੀ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਵੀ ਹਰੇਕ ਵਰਗ ਨੂੰ ਮਿਲੂਗੀ। ਕੀ ਲੱਗਦਾ ਕਿ ਫਿਰ ਕਿੱਲਤ ਨਹੀਂ ਆਊਗੀ ਬਿਜਲੀ ਦੀ? ਬਾਈ ਪਤਾ 300 ਯੂਨਿਟ ਹਰ ਘਰ ਨਜਾਇਜ਼ ਵੱਧ ਹੀ ਫੂਕੂਗਾ ਨਾ ਇੱਕ ਤਰ੍ਹਾਂ ਦੀ, ਕਿੱਥੇ ਹੁਣ ਸੋਚ ਕੇ ਫੂਕਦਾ ਫਿਰ ਵੱਧ ਫੂਕੂ, ਫਿਰ ਲੱਗਦਾ ਨਹੀਂ ਵੀ ਉਹਦਾ ਫਿਰ ਅੱਗੇ ਤੋਂ ਅਗਲੇ ਸਾਲ ਤਾਂ ਫਿਰ ਕਿੱਲਤ ਹੋਰ ਜ਼ਿਆਦਾ ਆ ਜੂ। ਮੈਂ ਤੁਹਾਨੂੰ ਵੀਰੇ ਪਹਿਲਾਂ ਹੀ ਕਹਿ ਕੇ ਹਟਿਆ ਵੀ ਇਹ ਲੋਕ ਵੋਟਾਂ ਦੇ ਲਈ ਕਿਤੇ ਵੀ ਕੋਈ ਵੀ ਵਾਅਦਾ ਕਰ ਸਕਦੇ ਆ, ਤੇ ਜੇ ਉਹ ਕਰ ਵੀ ਦਿੰਦੇ ਚਲੋ ਮੰਨ ਲੈਂਦੇ 1% ਆ, ਵੈਸੇ ਤਾਂ ਹੋਣੀ ਨਹੀਂ ਹੈਗੀ, ਕਿਉਂਕਿ ਦੇਖੋ ਇਹ ਥੋਪਦੇ ਆ ਫੈਸਲੇ ਦਿੱਲੀੋਂ ਬੈਠ ਕੇ, ਕੋਈ ਵੀ ਚਾਹੇ ਪਾਰਟੀ ਆ ਚਾਹੇ ਆਮ ਆਦਮੀ ਆ। ਉਦੋਂ ਤੁਸੀਂ ਦੇਖਿਆ ਹੋਣਾ ਵੀ ਪ੍ਰੈਸ ਕਾਨਫਰੰਸ ਚੱਲਦੀ ਸੀ, ਭਗਵੰਤ ਮਾਨ ਤੱਕ ਨੂੰ ਨਹੀਂ ਪਤਾ ਸੀਗਾ ਵੀ 300 ਯੂਨਿਟ ਤੋਂ ਉੱਤੇ ਜੇ 1 ਯੂਨਿਟ ਮੱਚਦੀ ਆ ਤਾਂ ਬਿੱਲ ਲੱਗੂਗਾ ਕਿ ਨਹੀਂ ਲੱਗੂਗਾ। ਉਹਨੇ ਕੇਜਰੀਵਾਲ ਨੂੰ ਪੁੱਛ ਕੇ ਜਵਾਬ ਦਿੱਤਾ ਪੱਤਰਕਾਰਾਂ ਨੂੰ, ਤੁਸੀਂ ਦੇਖਿਆ ਹੋਣਾ ਉਹ ਚੀਜ਼। ਤੇ ਦੂਜੀ ਗੱਲ, ਚਲੋ ਇਹ ਮੰਨ ਲਓ ਕਰ ਵੀ ਦਿੰਦੇ ਆ ਇਹ ਚੀਜ਼ ਨੂੰ 300 ਯੂਨਿਟ ਵਾਲਿਆਂ ਨੂੰ, ਉਹਦਾ ਵਜਨ ਕਿਹਦੇ ਤੇ ਪੈਣਾ ਵਾ? ਸਾਡੇ ਲੋਕਾਂ ਦੀ ਪੈਣਾ ਵਾ, ਉਹਦਾ ਵਜਨ ਸਾਨੂੰ ਹੀ ਚੱਕਣਾ ਪੈਣਾ ਵਾ। ਇਦੋਂ ਬਿਹਤਰ ਇਹ ਚੀਜ਼ ਨਹੀਂ ਹੈਗੀ ਵੀ ਅਸੀਂ ਜਿਹੜਾ ਪੰਜਾਬ ਦਾ ਨੌਜਵਾਨ ਉਹਨੂੰ ਰੁਜ਼ਗਾਰ ਦਈਏ, ਕੋਈ ਬਲੂ ਪ੍ਰਿੰਟ ਤਿਆਰ ਕਰੀਏ, ਕੋਈ ਰੋਡ ਮੈਪ ਤਿਆਰ ਹੋਵੇ ਵੀ ਆਹ ਇਦਾਂ ਕਰਕੇ ਨੌਜਵਾਨਾਂ ਨੂੰ ਕਿਸਾਨੀ ਦੇ ਵਿੱਚ ਕਿਸਾਨੀ ਸੈਕਟਰ ਦੇ ਵਿੱਚ ਦਿੱਤਾ ਜਾਊਗਾ ਰੁਜ਼ਗਾਰ, ਆਹ ਇਦਾਂ ਇੰਪਲੋਇਮੈਂਟ ਦਿੱਤੀ ਜਾਊਗੀ, ਆਹ ਸਰਕਾਰੀ ਨੌਕਰੀ ਦਿੱਤੀ ਜਾਊਗੀ, ਆਹ ਬਿਜ਼ਨਸ ਦੇ ਅਦਾਰਿਆਂ ਦੇ ਵਿੱਚ ਸਾਨੂੰ ਇਨਵੈਸਟਮੈਂਟ ਸਰਕਾਰ ਕਰਾ ਕੇ ਦੇਊਗੀ, ਜਾਂ ਹੋਰ ਬਹੁਤ ਵੱਡੇ ਵੱਡੇ ਚੱਲਦਾ ਸਿਸਟਮ ਬਾਈ ਦੁਨੀਆ ਦੇ ਜਿਹਨੇ ਚਲਾਉਣਾ ਵਾ ਚਲਾਉਂਦੇ ਆ। ਪੰਜਾਬ ਜਿਹੜਾ ਹਿੰਦੁਸਤਾਨ ਆ ਮੰਡੀ ਆ ਇੱਕ ਤਰ੍ਹਾਂ ਦੀ, ਇੱਥੇ ਹਰੇਕ ਦਾ ਵੀ ਇਹ ਆ ਵੀ ਇਹਨਾਂ ਦੀ ਲੀਡਰਾਂ ਦੀ ਕੀ ਹੁੰਦੀ ਹੈ ਬਾਈ, ਇਲੈਕਸ਼ਨਾਂ ਤੋਂ ਪਹਿਲਾਂ ਇਨਵੈਸਟਮੈਂਟ ਹੁੰਦੀ ਹੈ। ਇਹਨਾਂ ਦਾ ਵੀ ਕਸੂਰ ਨਹੀਂ ਹੈਗਾ, ਇਹ ਕਸੂਰ ਆਪਣੇ ਲੋਕਾਂ ਦਾ ਵਾ। ਇਹ ਇਨਵੈਸਟਮੈਂਟ ਕਰਦੇ ਆ 5 ਸਾਲ ਲਈ, ਉਹਦੇ ਵਿੱਚ ਇਹ ਦਾਰੂ ਵੀ ਦਿੰਦੇ ਆ ਵੋਟਰਾਂ ਨੂੰ, ਵੋਟਾਂ ਖਰੀਦਦੇ ਵੀ ਆ, ਤੇ ਅਸੀਂ ਦਾਰੂ ਵੀ ਲੈਂਦੇ ਆ ਤੇ ਵੋਟਾਂ ਦੇ ਪੈਸੇ ਵੀ ਲੈਂਦੇ ਆ, ਸਾਡੇ ਲੋਕ ਲੈਂਦੇ ਹੀ ਨੇ। ਪਰ ਲੀਡਰਾਂ ਦਾ ਕੋਈ ਕਸੂਰ ਨਹੀਂ, ਉਹਦਾ ਇਨਵੈਸਟਮੈਂਟ ਕਰਕੇ 5 ਸਾਲ ਉਹਨਾਂ ਨੇ ਤਾਂ ਪੈਸੇ ਕਮਾਉਣੇ ਆ। ਮੰਨਦੇ ਹੋ ਗੱਲ? ਤੇ ਇਹਦੇ ਕਿਤੇ ਨਾ ਕਿਤੇ ਜਿਹੜਾ ਇਹ ਸਿਸਟਮ ਆ ਬਈ, ਇਹਦੇ ਨਾਲ ਕਿਤੇ ਨੌਜਵਾਨ ਜਿਹੜੇ ਹੈਗੇ ਅੱਗੇ ਆਉਣ, ਜਿਵੇਂ ਹੁਣ ਲੀਡਰਾਂ ਨੇ ਆਉਣਾ ਵਾ ਮੇਨ ਗੱਗੀ ਜੀ ਇਹ ਆ ਵੀ ਜੇ ਕਹਿੰਦਾ ਮਤਲਬ ਬੇਰੋਜ਼ਗਾਰੀ ਖਤਮ ਕਰ ਦਿੱਤੀ ਜਾਵੇ ਤਾਂ ਫਿਰ ਆ ਫ੍ਰੀ ਵਾਲੇ ਫੰਡੇ ਤਾਂ ਦੇਣ ਦੀ ਲੋੜ ਹੀ ਨਹੀਂ, ਕਿਉਂਕਿ ਲੋਕਾਂ ਕੋਲੇ ਜੇ ਪੈਸਾ ਹੋਊਗਾ, ਰੋਜ਼ਗਾਰ ਹੋਊਗਾ ਤਾਂ ਨੋਰਮਲ ਜੀ ਗੱਲ ਆ ਕਿ ਉਹ ਆਪਣੀ ਪੈਸੇ ਦੇਣਗੇ ਤੇ ਹਰ ਚੀਜ਼ ਖਰੀਦ ਸਕਦੇ ਨੇ। ਫਿਰ ਬਈ ਉਹੀ ਫਿਰ ਲੋਕਾਂ ਨੂੰ ਮਾਨਸਿਕ ਗੁਲਾਮ ਕੀਤਾ ਹੋਇਆ। ਜੇ ਦੇਖੋ ਮੇਨ ਮੁੱਦਾ ਕੀ ਹੁੰਦਾ ਕਿਸੇ ਵੀ ਸਟੇਟ ਦਾ, ਐਜੂਕੇਸ਼ਨ ਜਾਂ ਹੈਲਥ, ਇਹੀ ਚੀਜ਼ਾਂ ਸਾਨੂੰ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਜੇ ਕਿਤੇ ਐਜੂਕੇਸ਼ਨ ਮਿਲ ਜਵੇ ਨੌਜਵਾਨਾਂ ਨੂੰ, ਵਧੀਆ ਐਜੂਕੇਸ਼ਨ ਸਰਕਾਰ ਦਵਾਵੇ, ਕਿਉਂਕਿ ਹੁਣ ਪ੍ਰਾਈਵੇਟ ਕਾਲਜਾਂ ਸਕੂਲਾਂ ਦੀਆਂ ਤੁਸੀਂ ਫੀਸਾਂ ਆਮ ਬੰਦਾ ਪੜ੍ਹਾ ਨਹੀਂ ਸਕਦਾ ਹੈਗਾ, ਤੇ ਜੇ ਉਹੀ ਮਿਲ ਜਵੇ ਕੱਲ੍ਹ ਨੂੰ ਸਰਕਾਰਾਂ ਨੂੰ ਨੌਜਵਾਨ ਸਵਾਲ ਚੱਕਣਗੇ, ਜਿਵੇਂ ਹੁਣ ਅੱਜ ਕੱਲ੍ਹ ਚੱਕ ਵੀ ਰਹੇ ਨੇ ਨੌਜਵਾਨ, ਮੂਹਰੇ ਆ ਕੇ ਲੀਡਰਾਂ ਨੂੰ ਪੁੱਛ ਰਹੇ ਨੇ, ਉਹ ਚੀਜ਼ਾਂ ਸਰਕਾਰ ਕਦੇ ਨਹੀਂ ਚਾਹੂਗੀ ਬਈ ਸਾਨੂੰ ਕੋਈ ਸਵਾਲ ਪੁੱਛੇ। ਅਸੀਂ ਬਸ ਇਹਨਾਂ ਨੂੰ ਇੰਨਾ ਗੁਲਾਮ ਕਰਕੇ ਰੱਖੀਏ ਵੀ ਤੁਹਾਨੂੰ ਆਟਾ ਦਿੱਤਾ ਜੀ 2 ਰੁਪਏ ਕਿਲੋ, ਤੁਹਾਡਾ ਅਗਲਾ ਵੀ ਸੋਚ ਲੈਂਦਾ, ਅਗਲਾ ਕਹਿੰਦਾ ਯਾਰ ਕੀ ਇਹਨਾਂ ਨਾਲ ਮੱਥਾ ਮਾਰਾਂਗੇ, ਵੱਡੇ ਬੰਦੇ ਨੇ ਵੀ ਸਾਨੂੰ ਦਾਲ ਰੋਟੀ ਮਿਲਦੀ ਆ ਫ੍ਰੀ ਦੀ 2 ਰੁਪਏ 4 ਰੁਪਏ ਕਿਲੋ, ਅਸੀਂ ਕੀ ਲੈਣਾ। ਪਰ ਇਹ ਸੋਚ ਬਦਲਣੀ ਪਊਗੀ ਹੁਣ ਬਈ। ਆਹ ਆਪਣੀਆਂ ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਦੇ ਜਿਹੜੇ ਆ ਸ਼ਕੂਫੇ ਆ, ਇਹਨਾਂ ਨੂੰ ਇਹ ਹੁਣ ਲੀਡਰ ਆਉਂਦੇ ਆ, ਇਹਨਾਂ ਦੀਆਂ ਝੰਡੀਆਂ ਦਿਖਾਉਣ ਨਾਲੋਂ ਵਿਰੋਧ ਕਰਨ ਦੀ ਬਜਾਏ ਇਹਨਾਂ ਨੂੰ ਬਿਠਾਓ, ਇਹਨਾਂ ਤੋਂ ਸਵਾਲ ਪੁੱਛੋ ਵੀ ਤੁਹਾਡਾ ਸਾਡੇ ਹਲਕੇ ਲਈ, ਸਾਡੇ ਪਿੰਡ ਲਈ ਗਾਹਾਂ ਪਲਾਨ ਕੀ ਆ। ਸਾਰੀਆਂ ਪਾਰਟੀਆਂ ਦੇ ਲੀਡਰ ਆਉਂਦਾ, ਜਿਹਦਾ ਪਲਾਨ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਉਹਨੂੰ ਵੋਟ ਦੇ ਦਿਓ। ਪਾਰਟੀ ਦੇਖ ਤਾਂ ਵੋਟ ਪਾਈ ਨਾ, ਬੰਦੇ ਨੂੰ ਦੇਖ ਕੇ ਵੋਟ ਪਾਓ। ਜਿਹੜਾ ਤੁਹਾਨੂੰ ਲੱਗਦਾ ਵੀ ਆਹ 4 ਬੰਦੇ ਸਾਡੇ ਪਿੰਡ ਆ ਕੇ ਗਏ ਨੇ, ਇਹਨਾਂ ਨੇ ਸਾਨੂੰ ਆਹ ਵਾਅਦੇ ਕੀਤੇ ਆ, 4ਾਂ ਦੇ ਵਿੱਚੋਂ ਜਿਹੜਾ ਵਧੀਆ ਬੰਦਾ ਵਾ ਉਹਨੂੰ ਵੋਟ ਪਾਓ। ਠੀਕ ਆ ਨਾ ਜੀ? ਨਾਲੇ ਇਹਨਾਂ ਨੂੰ ਲੀਡਰਾਂ ਨੂੰ ਪਤਾ ਲੱਗ ਜਾਊਗਾ ਵੀ ਹਾਂ ਵੀ ਭਾਈ ਕੰਮ ਨੂੰ ਵੋਟ ਪੈਣ ਲੱਗੀ, ਕੰਮ ਕਰਨੇ ਪੈਣੇ ਆ। 70-72 ਸਾਲ ਹੋ ਗਏ ਸਾਡਾ ਦੇਸ਼ ਆਜ਼ਾਦ ਹੋਏ ਨੂੰ, ਅੱਜ ਵੀ ਲੀਡਰ ਵੋਟਾਂ ਮੰਗਦੇ ਆ ਗਲੀਆਂ ਨਾਲੀਆਂ ਦੇ ਨਾਂ ਤੇ। ਥੋੜ੍ਹੀਆਂ ਗਲੀਆਂ ਕਈਆਂ ਨੂੰ ਹਲੇ ਉਸ ਪਹੁੰਚ ਕੇ ਐਮਐਲਏ ਦੀਆਂ ਕੁਰਸੀ ਤੇ ਕਰ, ਉਹਨਾਂ ਨੂੰ ਲੈਵਲ ਹੀ ਨਹੀਂ ਪਤਾ ਹੈਗਾ ਵੀ ਸਾਡੇ ਕੋਲੇ ਕਿੱਡੀਆਂ ਪਾਵਰਾਂ ਨੇ। ਹੁਣ ਅਸੀਂ ਵੀ ਸੁਖਦੀਪ ਬਾਈ ਹੁਣੀ ਬੈਠੇ ਨੇ, ਅਸੀਂ ਗੱਲ ਇੱਕ ਦਿਨ ਰਾਇ ਲਾਉਂਦੇ ਸੀਗੇ ਵੀ ਅਸੀਂ ਯਾਰ ਹੋਰ ਤਾਂ ਕੁਝ ਜ਼ਿਆਦਾ ਨਹੀਂ ਕਰ ਸਕਦੇ ਵੀ ਜਿੰਨੇ ਕੁ ਜੋਗੇ ਹੈਗੇ ਆ। ਅਸੀਂ ਇੱਕ ਹੁਣ ਪਲਾਨ ਲੈ ਕੇ ਆ ਰਹੇ ਹਾਂ ਬਈ ਬਹੁਤ ਵੱਡਾ ਐਜੂਕੇਸ਼ਨ ਦੇ ਉੱਤੇ, ਉਹ ਥੋੜੇ ਦਿਨ ਤੱਕ ਅਸੀਂ ਪੂਰੀ ਪ੍ਰੈਸ ਕਾਨਫਰੰਸ ਕਰਾਂਗੇ, ਸਾਡੀ ਚੱਲ ਰਹੀ ਆ ਪੂਰਾ, ਉਹਦਾ ਮਤਲਬ ਅਸੀਂ ਬਲੂ ਪ੍ਰਿੰਟ ਤਿਆਰ ਕਰ ਰਹੇ ਹਾਂ ਐਜੂਕੇਸ਼ਨ ਦੇ ਉੱਤੇ। ਅਸੀਂ ਇੱਕ ਇੱਦਾਂ ਦਾ ਪੰਜਾਬ ਦੇ ਵਿੱਚ ਸਿਸਟਮ ਲੈ ਕੇ ਆਉਂਦੇ ਹਾਂ ਵੀ ਅਸੀਂ ਸੋਚਦੇ ਹਾਂ ਵੀ ਅਸੀਂ 10% ਨੌਜਵਾਨਾਂ ਨੂੰ ਵੀ ਆਪਦੇ ਪੈਰਾਂ ਤੇ ਖੜਾ ਕਰ ਦਾਂਗੇ, ਬਾਹਰ ਨਹੀਂ ਜਾਣ ਦੇਵਾਂਗੇ। ਜਿਹੜਾ ਉਹ ਆ ਕੇ ਬਾਹਰ ਕਮਾਈ ਕਰਦੇ ਉਹ ਇੱਥੇ ਕਰਨਗੇ ਉਹ ਕਮਾਈ। ਇੱਦਾਂ ਦਾ ਅਸੀਂ ਪਲਾਨ ਤਿਆਰ ਕਰ ਰਹੇ ਹਾਂ। ਜਿੱਦਣ ਉਹ ਮਤਲਬ ਆਹ 15 ਇਹਨਾਂ ਨੂੰ ਹੁਣ ਸਕੂਲ ਜਿਹੜੇ ਮੈਨੂੰ ਲੱਗਦਾ ਸ਼ੁਰੂ ਹੋ ਜਾਣੇ, ਛੁੱਟੀਆਂ ਖਤਮ ਹੋ ਜਾਣੀਆਂ, ਅਸੀਂ ਹੌਲੀ ਫਿਰ ਸ਼ੁਰੂ ਕਰਾਂਗੇ ਪੂਰੇ ਪੰਜਾਬ ਲੈਵਲ ਤੇ। ਜਿੱਦਣ ਮਤਲਬ ਸ਼ੁਰੂ ਕਰਨਾ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਾਂਗੇ, ਪ੍ਰੈਸ ਵਾਲਿਆਂ ਨੂੰ, ਤੇ ਪ੍ਰੈਸ ਕਾਨਫਰੰਸ ਕਰਕੇ ਸ਼ੁਰੂ ਕਰਾਂਗੇ। ਅਸੀਂ ਤਾਂ ਸਾਡੀ ਤਾਂ ਇਹੀ ਸੋਚ ਆ ਵੀ ਜੇ ਪੰਜਾਬ ਦਾ ਨੌਜਵਾਨ ਆਪਦੇ ਹੱਕਾਂ ਲਈ ਜਾਗ ਜਾਵੇ, ਆਪਦੇ ਹੱਕਾਂ ਦੇ ਲਈ ਪੰਜਾਬ ਦਾ ਨੌਜਵਾਨ ਅੱਗੇ ਆ ਜਾਵੇ, ਤਾਂ ਜੇ ਆਪਾਂ ਮੰਨ ਲਈਏ ਵੀ ਉਹਦੇ 'ਚ ਜਿੰਨਿਆਂ ਕੋਲੇ ਅਸੀਂ ਜਾਵਾਂਗੇ, ਜਿੰਨੇ ਦੀ ਅਸੀਂ ਗੱਲ ਕਰਾਂਗੇ, ਜਾਂ ਉਹਦੇ 'ਚੋਂ 10% ਵੀ ਜੇ ਖੜੇ ਹੋ ਜਾਂਦੇ ਆ ਪੰਜਾਬ ਦੇ ਹੱਕਾਂ ਦੇ ਲਈ, ਤਾਂ ਬਹੁਤ ਵੱਡੀ ਗੱਲ ਤਾਂ ਬੜਾ ਵੱਡੀ ਇੱਕ ਦੇਣ ਹੋ ਜਾਂਦੀ ਆ ਪੰਜਾਬ। ਦੇਣ ਬਈ ਪਤਾ ਕੀ ਆ, ਫਿਰ ਇੱਕ ਨੂੰ ਦੇਖ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਨਾ ਚੇਨ ਬਣ ਜਾਂਦੀ ਹੈ, ਤੇ
ਰੰਗ ਫਿਰ ਹਰੇਕ ਤੇ ਅਸਰ ਹੁੰਦਾ ਵਾ ਹਰੇਕ ਬੰਦੇ ਦੇ ਉੱਤੇ ਵੀ ਉਦੋਂ ਬਾਅਦ ਆਪਦਾ ਬੰਦਾ ਦੇਖ ਕੇ ਵੀ ਇੱਕ ਦੂਜੇ ਨੂੰ ਦੇਖ ਕੇ ਲੱਗ ਜਾਂਦੇ ਆ ਵੀ ਹਾਂਜੀ ਭਾਈ ਆਹ ਬੰਦੇ ਯਾਰ ਪੰਜਾਬ ਲਈ ਵਧੀਆ ਕੰਮ ਕਰ ਰਹੇ ਆ ਤੇ ਸਾਨੂੰ ਵੀ ਕਰਨਾ ਚਾਹੀਦਾ ਵਾ ਤੇ ਲੀਡਰਾਂ ਨੂੰ ਵੀ ਫੇਰ ਅਕਲ ਲੀਡਰਾਂ ਦੀ ਜਿਹੜੀ ਅਕਲ ਆ ਫੇਰ ਟਿਕਾਣੇ ਆਉਣੀ। ਧੰਨਵਾਦ ਜੀ ਧੰਨਵਾਦ। ਸੋ ਇਹ ਸਨ ਕਿਸਾਨ ਵੀਰ ਜਿਨ੍ਹਾਂ ਨੇ ਦੱਸਿਆ ਕਿ ਲਗਾਤਾਰ ਜਿਹੜਾ ਉਹਨਾਂ ਦੇ ਵੱਲੋਂ ਬਿਜਲੀ ਸੰਕਟ ਤੋਂ ਜੂਝ ਰਹੇ ਨੇ ਤੇ 60-60 ਹਜ਼ਾਰ ਰੁਪਏ ਜਨਰੇਟਰਾਂ ਦੇ ਉੱਪਰ ਤੇਲ ਤੇ ਜਿਹੜਾ ਖਰਚਾ ਆ ਰਿਹਾ ਤੇ ਜਿਹੜੀ ਉਹਨਾਂ ਦੀ ਕਿਤੇ ਨਾ ਕਿਤੇ ਮਹਿੰਗਾਈ ਨੇ ਕਮਰ ਤੋੜ ਕੇ ਰੱਖ ਦਿੱਤੀ ਹੈ। ਤੇ ਰਾਜਨੀਤੀ ਦੇ ਮੁੱਦੇ ਤੇ ਜੇ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਰਾਜਨੀਤੀ ਹੈ ਗਰਮਾਈ ਹੋਈ ਹੈ ਤੇ ਉਸ ਤੋਂ ਬਾਅਦ ਲੋਕਾਂ ਨੂੰ ਜਿਹੜੇ ਨੇ ਮਤਲਬ ਕਿ ਰੋਜ਼ਗਾਰ ਦੇਣ ਦੀ ਲੋੜ ਆ ਤਾਂ ਜੋ ਕਿ ਲੋਕ ਜਿਹੜੇ ਨੇ ਆਪ ਮੁਹਾਰੇ ਖੜੇ ਹੋ ਸਕਣ। ਦੇਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੀ ਜਿਹੜੇ ਨਵੇਂ ਪਲਾਨ ਲੈ ਕੇ ਆ ਰਹੀ ਹੈ ਸਰਕਾਰ ਤੇ ਜਿਹੜਾ ਬਿਜਲੀ ਦਾ ਜਿਹੜਾ ਸੰਕਟ ਆਏ ਕਦੋਂ ਤੱਕ ਮਸਲਾ ਹੱਲ ਹੁੰਦਾ ਤੇ ਕਦੋਂ ਤੱਕ ਨਹੀਂ ਹੁੰਦਾ ਤੇ ਜਿਹੜੇ ਕਿਸਾਨ ਵੀਰ ਨੇ ਕਦੋਂ ਤੱਕ ਉਹ ਇਸੇ ਤਰ੍ਹਾਂ ਬਿਜਲੀ ਦੇ ਨੂੰ ਲੈ ਕੇ ਕਦੋਂ ਤੱਕ ਜੂਝਦੇ ਰਹਿਣਗੇ ਤੇ ਰਾਤਾਂ ਜਿਹੜੀਆਂ ਨੇ ਜਾਗਦੇ ਰਹਿਣਗੇ। ਕੈਮਰਾਮੈਨ ਬਲਵੀਰ ਬੰਟੀ ਨਾਲ ਨੀਰਜ ਕੁਮਾਰ ਦੀ ਰਿਪੋਰਟ ਨਿਰਪੱਖ ਪੋਸਟ ਲੁਧਿਆਣਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।